ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਮਨਦੀਪ ਤੇ ਤੁਸੀਂ ਦੇਖ ਰਹੇ ਹੋ ਸਾਡਾ ਬੇहद ਖਾਸ ਸ਼ੋ, ਖਾਸ ਪ੍ਰੋਗਰਾਮ, ਖਾਸ ਗੱਲਬਾਤ ਕਰਾਂਗੇ। ਅੱਜ ਅਸੀਂ ਚਰਚਾ ਕਰਨੀ ਹੈ ਸਰੀਰ ਨੂੰ ਲੈ ਕੇ, ਹੈਲਥ ਨੂੰ ਲੈ ਕੇ, ਕਿੱਦਾਂ ਤੁਸੀਂ ਆਪਣੇ ਹੈਲਦੀ ਲਾਈਫ ਸਟਾਈਲ ਨੂੰ ਮੇਨਟੇਨ ਕਰ ਸਕਦੇ ਹੋ। ਔਰ ਉਹਨਾਂ ਲੋਕਾਂ ਦੀ ਗੱਲਬਾਤ ਕਰਾਂਗੇ ਜਿਹੜੇ ਬੀਪੀ ਸ਼ੂਗਰ ਦੀ ਸਮੱਸਿਆ ਨਾਲ ਜੂਝ ਰਹੇ ਨੇ, ਜਾਂ ਫਿਰ ਜਿਨ੍ਹਾਂ ਨੂੰ ਕਿਡਨੀ ਦੀ ਪ੍ਰੋਬਲਮ ਹੈਗੀ ਹੈ, ਕਿਸੇ ਦੀ ਕਿਡਨੀ ਫੇਲ ਹੋ ਚੁੱਕੀ ਹੈ ਜਾਂ ਫਿਰ ਕਿਸੇ ਸਟੇਜ ਦੇ ਉੱਪਰ ਹੈਗੀ ਹੈ ਤੇ ਉਹ ਟ੍ਰੀਟਮੈਂਟ ਲੈਣਾ ਚਾਹੁੰਦੇ ਨੇ, ਤਾਂ ਕਿਸ ਤਰੀਕੇ ਨਾਲ ਟ੍ਰੀਟਮੈਂਟ ਰਹੇਗਾ, ਕਿਹੜੀਆਂ-ਕਿਹੜੀਆਂ ਬੇਸਿਕ ਗੱਲਾਂ ਨੇ ਜਿਨ੍ਹਾਂ ਦਾ ਧਿਆਨ ਰੱਖਣਾ ਜ਼ਰੂਰੀ ਰਹੇਗਾ। ਸੋ ਖਾਸ ਚਰਚਾ 'ਚ ਮਹਿਮਾਨ ਮੇਰੇ ਨਾਲ ਮੌਜੂਦ ਨੇ ਜੀ। ਨਾਲ ਨੇ ਮੇਰੇ ਕੁੰਦਨ ਕਿਡਨੀ ਕੇਅਰ ਸੈਂਟਰ ਤੋਂ ਡਾਕਟਰ ਬਲਕਾਰ ਜੀ। ਸਰ ਹੁਣਾਂ ਦਾ ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਿਹਤਾਂ ਠੀਕ ਠਾਕ ਨੇ? ਬਿਲਕੁਲ ਜੀ। ਸਹੀ। ਸੋ ਅੱਜ ਤੁਹਾਡੀ ਸਿਹਤ ਦੇ ਉੱਪਰ ਫੋਕਸ ਕਰਾਂਗੇ, ਤੁਹਾਡੀ ਸਿਹਤ, ਤੁਹਾਡੇ ਖਾਣ ਪਾਣ ਦੇ ਉੱਪਰ ਜਿਹੜੀਆਂ ਟਿੱਪਣੀਆਂ ਨੇ ਉਹ ਜ਼ਰੂਰ ਕਰਾਂਗੇ। ਸਰ ਸਭ ਤੋਂ ਪਹਿਲਾ ਜਿਹੜਾ ਸਵਾਲ ਹੈ ਵੀ ਸਾਡਾ ਖਾਣ ਪਾਣ ਸਾਡੇ ਹੈਲਦੀ ਲਾਈਫ ਸਟਾਈਲ ਔਰ ਸਾਡੇ ਬਿਮਾਰੀਆਂ ਨਾਲ ਜੁੜੇ ਲਾਈਫ ਸਟਾਈਲ ਨਾਲ ਕਿੰਨਾ ਕੁ ਤਾਲਮੇਲ ਬਣਾ ਕੇ ਰੱਖਦਾ ਹੈਗਾ? ਹਾਂ ਬਿਲਕੁਲ, ਦੇਖੋ ਬਹੁਤ ਇੰਪੋਰਟੈਂਟ ਕੁਐਸਚਨ ਹੈ। ਜੇ ਦੇਖਿਆ ਜਾਵੇ ਕਿ ਜੇ ਅਸੀਂ ਟ੍ਰੀਟਮੈਂਟ ਵਾਈਜ਼ ਗੱਲ ਕਰੀਏ, ਮਾਡਰਨ ਤੇ ਆਲਟਰਨੇਟਿਵ ਟ੍ਰੀਟਮੈਂਟ, ਜਿਸ ਤਰ੍ਹਾਂ ਐਲੋਪੈਥਿਕ ਦਾ ਸਾਰਾ ਜ਼ਿਆਦਾ ਫੋਕਸ ਹੁੰਦਾ ਆ ਉਹ ਮੈਡੀਸਨ ਦੇ ਉੱਤੇ ਹੁੰਦਾ, ਉਹ ਟ੍ਰੀਟਮੈਂਟ ਦੇ ਉੱਤੇ ਹੁੰਦਾ ਆ। ਜਿੰਨਾ ਵੀ ਫੋਕਸ ਡਿਜ਼ੀਜ਼ ਨੂੰ ਲੈ ਕੇ ਕਿ ਇਹ ਡਿਜ਼ੀਜ਼ ਜਿਹੜੀ ਹੈਗੀ ਆ, ਇਹ ਇਸ ਦਾ ਇਲਾਜ ਕੀ ਹੈਗਾ, ਦਵਾਈਆਂ ਕਿਹੜੀਆਂ ਦਿੱਤੀਆਂ ਜਾਣ, ਉਸ ਸਾਰੀ ਚੀਜ਼ ਦੇ ਉੱਤੇ ਫੋਕਸ ਹੁੰਦਾ ਆ। ਜਦ ਕਿ ਆਯੁਰਵੇਦ ਦੇ ਵਿੱਚ ਦਿਨਚਰਿਆ ਨੂੰ ਸਭ ਤੋਂ ਇੰਪੋਰਟੈਂਟ ਮੰਨਿਆ ਗਿਆ ਆ ਕਿ ਤੁਹਾਡਾ ਆਹਾਰ ਵਿਹਾਰ, ਤੁਸੀਂ ਕੀ ਖਾਣਾ ਪੀਣਾ ਆ, ਕਿਸ ਤਰੀਕੇ ਨਾਲ ਤੁਸੀਂ ਸਾਰਾ ਦਿਨ ਬਤੀਤ ਕਰਨਾ ਆ, ਉਹਦੇ ਉੱਤੇ ਬਹੁਤ ਜ਼ਿਆਦਾ ਫੋਕਸ ਹੈਗਾ। ਸੋ ਜੇ ਅਸੀਂ ਆਪਣੀ ਦਿਨਚਰਿਆ ਨੂੰ ਠੀਕ ਰੱਖ ਲਈਏ ਤੇ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚ ਸਕਦੇ ਹਾਂ। ਸੋ ਜੇ ਦੇਖਿਆ ਜਾਵੇ, ਅਸੀਂ ਜੇ ਕੋਈ ਵਾਕ ਕਰੀਏ ਜਾਂ ਅਸੀਂ ਖਾਣਾ ਪੀਣਾ ਆਪਣਾ ਇਸ ਤਰੀਕੇ ਨਾਲ ਰੱਖੀਏ ਕਿ ਜਿਹੜਾ ਕਿ ਹੈਲਦੀ ਫੂਡ ਹੋਵੇ, ਜੰਕ ਫੂਡ ਤੋਂ ਛੱਡ ਕੇ ਹੈਲਦੀ ਫੂਡ ਰੱਖੀਏ, ਤੇ ਅਸੀਂ ਜਿਹੜੀਆਂ ਲਾਈਫ ਸਟਾਈਲ ਡਿਜ਼ੀਜ਼ਸ ਹੈਗੀਆਂ, ਜਿਸ ਤਰ੍ਹਾਂ ਸ਼ੂਗਰ ਹੋ ਗਈ, ਬਲੱਡ ਪ੍ਰੈਸ਼ਰ ਹੋ ਗਿਆ, ਇਸ ਤੋਂ ਬਚ ਸਕਦੇ ਹਾਂ। ਠੀਕ ਹੈ। ਤਾਂ ਹੈਲਦੀ ਲਾਈਫ ਸਟਾਈਲ ਰੱਖਣ ਦੇ ਲਈ ਸਾਡਾ ਖਾਣ ਪੀਣ ਜਿਹੜਾ ਉਹ ਬਹੁਤ ਜ਼ਿਆਦਾ ਵਧੀਆ ਹੋਣਾ ਜ਼ਰੂਰੀ ਹੈਗਾ, ਜਿਹਦੇ 'ਚ ਚਾਹੇ ਅਸੀਂ ਵੈਜ ਖਾਈਏ, ਨੌਨ ਵੈਜ ਖਾਈਏ, ਬਟ ਹੈਲਦੀ ਚੀਜ਼ਾਂ ਖਾਣੀਆਂ ਜ਼ਿਆਦਾ ਜ਼ਰੂਰੀ ਹੋ ਜਾਣਗੀਆਂ। ਸਰ ਇਸ ਟਾਈਮ ਦੇ ਉੱਤੇ ਇੱਕ ਹੋਰ ਤਰਾਸਦੀ ਹੈਗੀ ਹੈ ਸਾਡੇ ਸਮਾਂ ਦੀ, ਉਸ ਦੇ ਉੱਤੇ ਜ਼ਰੂਰ ਜ਼ਿਕਰ ਕਰਾਂਗੇ। ਫੋਨ ਅੱਜ ਕੱਲ੍ਹ ਸਾਰਿਆਂ ਦੇ ਕੋਲ ਹੈਗਾ, ਸਾਰਿਆਂ ਦੇ ਘਰਾਂ ਦੇ ਵਿੱਚ, ਹੈ ਨਾ। ਔਰ ਕੋਈ ਵੀ ਇਨਸਾਨ, ਮੇਰੇ ਵਰਗਾ ਇਨਸਾਨ ਜਾਂ ਕੋਈ ਵੀ ਆਮ ਇਨਸਾਨ, ਇੱਕ ਐਕਸਪਰਟ ਦੀ ਐਡਵਾਈਸ ਤਾਂ ਅਸੀਂ ਲੈਂਦੇ ਹਾਂ, ਬਟ ਅਸੀਂ ਆਮ ਤੌਰ ਦੇ ਉੱਤੇ ਰਸੋਈ ਦੇ ਨੁਸਖਿਆਂ ਦੇ ਉੱਤੇ ਫੋਕਸ ਕਰ ਲੈਂਦੇ ਹਾਂ। ਕੋਈ ਵੀ ਜਣਾ ਖਾਣਾ ਉੱਠ ਕੇ ਵੀਡੀਓ ਬਣਾ ਕੇ ਪਾ ਦਿੰਦਾ ਔਰ ਉਸ ਚੀਜ਼ ਦੇ ਨੁਕਸਾਨ ਸਾਨੂੰ ਭਵਿੱਖ 'ਚ ਕੀ ਹੁੰਦੇ ਨੇ ਸਾਨੂੰ ਬਾਅਦ ਦੇ ਵਿੱਚ ਪਤਾ ਲੱਗਦਾ। ਤਾਂ ਕਿੱਦਾਂ ਜਜਮੈਂਟਲ ਹੋਈਏ, ਕਿਵੇਂ? ਔਰ ਵਿਊ ਉਹਨਾਂ ਦੇ ਲੱਖਾਂ ਦੇ ਵਿੱਚ ਵਿਊ ਗਏ ਹੁੰਦੇ ਆ, ਤਾਂ ਦੇਖਣ ਵਾਲਿਆਂ ਨੂੰ ਹੁੰਦਾ ਕਿ ਸ਼ਾਇਦ ਇਸ ਚੀਜ਼ ਦਾ ਕੋਈ ਨਾ ਕੋਈ ਪੋਜ਼ਿਟਿਵ ਰਿਜ਼ਲਟ ਜ਼ਰੂਰ ਹੋਏਗਾ। ਤਾਲਮੇਲ ਕਿਵੇਂ ਕੀਤਾ ਜਾਵੇ, ਕਿੱਦਾਂ ਇਸ ਚੀਜ਼ ਤੋਂ ਨਿਕਲਿਆ ਕਿਵੇਂ ਜਾਵੇ, ਕਿੱਦਾਂ ਸਮਝਿਆ ਜਾਵੇ ਕਿ ਇਹ ਅਸੀਂ ਕੋਈ ਵੀ ਟ੍ਰੀਟਮੈਂਟ ਲੈਂਦੇ ਹਾਂ, ਚਾਹੇ ਕੋਈ ਬੀਪੀ ਵਾਲਾ, ਸ਼ੂਗਰ ਵਾਲਾ ਬੰਦਾ ਹੈਗਾ, ਉਹ ਵੀ ਜਿਹੜੀਆਂ ਚੀਜ਼ਾਂ ਦੇ ਉੱਤੇ ਮਤਲਬ ਤੁਹਾਡੇ ਕੋਲੋਂ ਜਾਣਕਾਰੀ ਚਾਹੂੰਗੀ ਕਿ ਕਿੱਦਾਂ ਪਰਫੈਕਸ਼ਨ ਕਿਵੇਂ ਹੋਵੇ, ਕਿੱਦਾਂ ਪਤਾ ਲੱਗੇ ਕਿ ਇਹ ਸਹੀ ਹੈ ਜਾਂ ਗਲਤ ਹੋ ਸਕਦਾ ਭਵਿੱਖ ਦੇ ਵਿੱਚ? ਬਿਲਕੁਲ, ਤੁਹਾਡਾ ਬਹੁਤ ਵਧੀਆ ਸਵਾਲ ਹੈਗਾ। ਦੇਖੋ ਅੱਜ ਦੀ ਡੇਟ ਵਿੱਚ ਇੰਟਰਨੈਟ ਦੇ ਯੁੱਗ ਦੇ ਕਰਕੇ ਸਾਨੂੰ ਗਿਆਨ ਤਾਂ ਇੰਨਾ ਜ਼ਿਆਦਾ ਮਿਲ ਰਿਹਾ ਹੈਗਾ ਕਿ ਗੱਲ ਹੀ ਛੱਡ ਦਿਓ। ਸਾਰਾ ਇੰਟਰਨੈਟ ਗਿਆਨ ਨਾਲ ਭਰਿਆ ਹੋਇਆ ਹੈ ਕਿ ਤੁਸੀਂ ਆਹ ਚੀਜ਼ ਖਾਓ, ਆਹ ਚੀਜ਼ ਨਾ ਖਾਓ, ਜਾਂ ਇਸ ਤਰੀਕੇ ਨਾਲ ਕਰੋ। ਸੋ ਇਹ ਸਾਨੂੰ ਚੂਜ਼ ਕਰਨ ਦੀ ਜ਼ਰੂਰਤ ਹੈ ਕਿ ਸਾਨੂੰ ਕਿੱਥੇ ਕਿਹੜੀ ਚੀਜ਼ ਜ਼ਰੂਰਤ ਹੈਗੀ ਔਰ ਸਾਨੂੰ ਕਿਸ ਤਰੀਕੇ ਨਾਲ ਕਰਨਾ ਚਾਹੀਦਾ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣੀ ਚਾਹੂੰਗਾ। ਜਿਸ ਤਰ੍ਹਾਂ ਹੁਣ ਪਿੱਛੇ ਦੀ ਗੱਲ ਹੈਗੀ ਆ ਕਿ ਮੇਰੇ ਕੋਈ ਰਿਲੇਟਿਵ ਸੀਗੇ, ਉਹਨਾਂ ਨੂੰ ਕੋਈ ਰੀਸੈਂਟਲੀ ਸ਼ੂਗਰ ਹੋਈ ਸੀਗੀ, ਅਤੇ ਉਹਨਾਂ ਦਾ ਮੈਨੂੰ ਕਾਲ ਆਈ, ਮੈਨੂੰ ਕਹਿੰਦੇ ਵੀ ਇਸ ਤਰ੍ਹਾਂ ਮੈਨੂੰ ਸ਼ੂਗਰ ਦਾ ਪਤਾ ਲੱਗਿਆ ਆ, ਅਤੇ ਮੈਨੂੰ ਕਈਆਂ ਨੇ ਕਿਹਾ ਆ ਕਿ ਜਾਮਣਾਂ ਦਾ ਜਿਹੜਾ ਹੈਗਾ ਆ ਗਿਟਕਾਂ ਹੈਗੀਆਂ ਉਸਨੂੰ ਪੀਸ ਕੇ ਉਹ ਖਾਧੀਆਂ ਜਾਣ, ਜਾਂ ਕਰੇਲਿਆਂ ਦਾ ਜੂਸ ਕੱਢ ਕੇ ਪੀਤਾ ਜਾਵੇ। ਵੀ ਤੁਸੀਂ ਕੀ ਰਿਕਮੈਂਡ ਕਰਦੇ ਹੋ, ਵੀ ਕੀ ਮੈਨੂੰ ਇਸ ਤਰੀਕੇ ਨਾਲ ਕਰਨਾ ਚਾਹੀਦਾ ਆ? ਅਤੇ ਮੇਰਾ ਉਹਨਾਂ ਨੂੰ ਸਭ ਤੋਂ ਪਹਿਲਾਂ ਇਹ ਸਵਾਲ ਸੀਗਾ ਵੀ ਕੀ ਤੁਸੀਂ ਮਿੱਠਾ ਖਾਣਾ ਬੰਦ ਕੀਤਾ ਹੈਗਾ? ਬਿਮਾਰੀ ਦੀ ਜੜ ਦੇ ਉੱਤੇ ਫੋਕਸ ਕੀਤਾ ਕਿ ਨਹੀਂ? ਕੀ ਤੁਸੀਂ ਸੈਰ ਕਰਨੀ ਸ਼ੁਰੂ ਕੀਤੀ ਜਾਂ ਕੋਈ ਐਕਸਰਸਾਈਜ਼ ਕਰਨੀ ਸ਼ੁਰੂ ਕੀਤੀ ਹੈਗੀ? ਤੇ ਇਹ ਦੋਨੇ ਚੀਜ਼ਾਂ ਉਹ ਨਹੀਂ ਕਰ ਰਹੇ ਸੀਗੇ। ਬਾਕੀ ਚੀਜ਼ਾਂ ਜਿਹੜੀਆਂ ਕਿ ਇੰਟਰਨੈਟ ਦੇ ਉੱਤੇ ਅਵੇਲੇਬਲ ਹੈਗੀਆਂ ਕਿ ਆਹ ਕਰ ਲਓ ਜਾਂ ਉਹ ਕਰ ਲਓ, ਬੇਸ ਜਿਹੜੀ ਚੀਜ਼ ਹੈਗੀ, ਜਦ ਤੱਕ ਅਸੀਂ ਬੇਸਿਕ ਚੀਜ਼ ਨੂੰ ਆਪਾਂ ਐਡਰੈਸ ਨਹੀਂ ਕਰਾਂਗੇ, ਬਾਕੀ ਕਿਸੇ ਚੀਜ਼ ਕਰਨ ਦਾ ਕੋਈ ਫਾਇਦਾ ਨਹੀਂ ਆ। ਸੋ ਜਿਹੜੀ ਮੈਂ ਪਹਿਲੋਂ ਵੀ ਗੱਲ ਦੱਸੀ, ਲਾਈਫ ਸਟਾਈਲ ਡਿਜ਼ੀਜ਼ਸ, ਜੇ ਅਸੀਂ ਗੱਲ ਕਰੀਏ, ਜਿਹੜੀ ਸ਼ੂਗਰ ਤੇ ਬਲੱਡ ਪ੍ਰੈਸ਼ਰ ਸਾਡੀਆਂ ਲਾਈਫ ਸਟਾਈਲ ਡਿਜ਼ੀਜ਼ਸ ਆ। ਇੰਡੀਆ ਦੇ ਵਿੱਚ ਕਰੀਬਨ 20% ਪਾਪੂਲੇਸ਼ਨ ਨੂੰ ਸ਼ੂਗਰ ਹੈਗੀ ਆ, ਜਿਹੜੀ ਕਿ ਚਾਈਨਾ ਤੋਂ ਵੀ ਜ਼ਿਆਦਾ ਹੈਗੀ ਹੈ। ਔਰ ਜੇ ਅਸੀਂ ਬਲੱਡ ਪ੍ਰੈਸ਼ਰ ਦੀ ਗੱਲ ਕਰੀਏ, ਜਿੰਨੇ ਸ਼ੂਗਰ ਦੇ ਮਰੀਜ਼ ਆ ਉਸ ਤੋਂ ਡਬਲ ਬਲੱਡ ਪ੍ਰੈਸ਼ਰ ਦੇ ਮਰੀਜ਼ ਆ। ਤੇ ਜੇ ਅਸੀਂ ਸਾਰੇ ਮਰੀਜ਼ਾਂ ਨੂੰ ਲੈ ਕੇ ਸੋਚ ਕੇ ਦੇਖੀਏ ਨਾ,
ਤੇ ਇਹਨਾਂ ਵਿੱਚੋਂ ਅੱਧੇ ਮਰੀਜ਼ਾਂ ਨੂੰ ਇਸ ਚੀਜ਼ ਬਾਰੇ ਪਤਾ ਹੀ ਨਹੀਂ ਹੈਗਾ ਕਿ ਸਾਨੂੰ ਸ਼ੂਗਰ ਆ ਜਾਂ ਸਾਨੂੰ ਬਲੱਡ ਪ੍ਰੈਸ਼ਰ ਹੈਗਾ। ਔਰ ਜਿਹੜੇ ਅੱਧਿਆਂ ਨੂੰ ਪਤਾ ਹੈਗਾ ਉਹਨਾਂ ਵਿੱਚੋਂ ਉਸ ਦਾ ਵੀ ਅੱਧਾ ਪਾਰਟ ਬਾਕੀ ਦੀਆਂ ਚੀਜ਼ਾਂ ਨੂੰ ਐਡਰੈਸ ਕਰਦਾ ਹੈਗਾ, ਜਿਹੜੇ ਮੇਨ ਪੁਆਇੰਟ ਹੈਗਾ ਉਸ ਨੂੰ ਐਡਰੈਸ ਕਰਕੇ ਰਾਜੀ ਨਹੀਂ ਹੈਗਾ। ਸੋ ਜਿਹੜੇ ਬਾਕੀ ਦੇ 1/4 ਜਿਹੜੇ ਥੋੜਾ ਬਹੁਤਾ ਐਡਰੈਸ ਕਰਦੇ ਵੀ ਹੈਗੇ, ਔਰ ਉਹ ਵੀ ਉਹਨਾਂ ਵਿੱਚੋਂ ਵੀ ਬਹੁਤ ਸਾਰੇ ਇਦਾਂ ਦੇ ਜਿਹੜੇ ਰੈਗੂਲਰਲੀ ਪ੍ਰੋਪਰਲੀ ਵਾਚ ਰੱਖ ਕੇ ਉਹਨਾਂ ਚੀਜ਼ਾਂ ਨੂੰ ਉਹਨਾਂ ਦਾ ਇਲਾਜ ਨਹੀਂ ਕਰ ਪਾਉਂਦੇ। ਸੋ ਉਹਦਾ ਨਤੀਜਾ ਕੀ ਹੁੰਦਾ ਹੈਗਾ ਆ, ਇਹ ਦੋ ਬਿਮਾਰੀਆਂ ਦਾ ਜਿਹੜਾ ਨਤੀਜਾ ਹੈਗਾ ਉਹ ਅੱਗੇ ਚੱਲ ਕੇ ਸਾਨੂੰ ਗੁਰਦਿਆਂ ਦੀ ਬਿਮਾਰੀ, ਹਾਰਟ ਦੀ ਬਿਮਾਰੀ, ਕੋਈ ਪਾਸੇ ਖਰਾਬ ਹੋਣ ਦੀ ਬਿਮਾਰੀ, ਪੈਰਾਲਾਈਸਿਸ ਹੋਣ ਦੀ ਬਿਮਾਰੀ, ਉਹਦਾ ਸਾਨੂੰ ਭੁਗਤਣਾ ਪੈਂਦਾ ਆ। ਇੱਕ ਜਿਹੜੀ ਜ਼ਰੂਰੀ ਗੱਲ ਮੈਂ ਦੱਸਣੀ ਚਾਹੁੰਦਾ ਆ ਕਿ ਜਿਨ੍ਹਾਂ ਨੂੰ ਸ਼ੂਗਰ ਜਾਂ ਬਲੱਡ ਪ੍ਰੈਸ਼ਰ ਹੁੰਦੇ ਆ ਉਹ ਕਹਿੰਦੇ ਕਿ ਸਾਨੂੰ ਕੋਈ ਤਕਲੀਫ ਨਹੀਂ ਹੈਗੀ ਵੀ ਅਸੀਂ ਦਵਾਈ ਕਿਸ ਚੀਜ਼ ਦੀ ਖਾਈਏ, ਚਲੋ ਅਸੀਂ ਥੋੜਾ ਬਹੁਤਾ ਇਸ ਤਰ੍ਹਾਂ ਦੀਆਂ ਜਿਹੜੀਆਂ ਨੈੱਟ ਦੇ ਉੱਤੇ ਚੀਜ਼ਾਂ ਅਵੇਲੇਬਲ ਹੈਗੀਆਂ ਅਸੀਂ ਉਹ ਜੇ ਚੀਜ਼ਾਂ ਕਰ ਲਈਏ ਤੇ ਉਹਦੇ ਨਾਲ ਅਸੀਂ ਠੀਕ ਹੋ ਜਾਾਂਗੇ, ਜਾਂ ਉਹ ਕਹਿੰਦੇ ਅਸੀਂ ਇੱਕ ਸਾਈਕੋਲੋਜੀਕਲੀ ਅਸੀਂ ਠੀਕ ਮਹਿਸੂਸ ਕਰਦੇ ਹੈਗੇ ਆ। ਦੇਖੋ ਤੁਸੀਂ ਠੀਕ ਮਹਿਸੂਸ ਕਰਦੇ ਹੋਵੋ ਜਾਂ ਨਾ ਕਰਦੇ ਹੋਵੋ, ਮੇਨ ਆਪਣੇ ਜਿਹੜੇ ਫਿਗਰਸ ਹੈਗੇ, ਜਿਹੜੇ ਤੁਹਾਡੇ ਟੈਸਟ ਹੈਗੇ ਆ, ਉਹ ਚਾਹੇ ਬਲੱਡ ਪ੍ਰੈਸ਼ਰ ਦਾ ਹੈਗਾ ਆ ਚਾਹੇ ਸ਼ੂਗਰ ਦਾ, ਉਹ ਤਕਰੀਬਨ ਨਾਰਮਲ ਉਹਨਾਂ ਦੀ ਵੈਲਿਊਜ਼ ਦੇ ਵਿੱਚ ਰਹਿਣਾ ਜ਼ਰੂਰੀ ਆ। ਜੇ ਉਹਨਾਂ ਦੀ ਨਾਰਮਲ ਵੈਲਿਊ ਵਿੱਚ ਨਹੀਂ ਰਹਿ ਰਹੇ ਤੇ ਫਿਰ ਕਿਤੇ ਨਾ ਕਿਤੇ ਗੜਬੜ ਆ। ਤੁਹਾਨੂੰ ਕਿਸੇ ਆਪਣੇ ਡਾਕਟਰ ਦੇ ਨਾਲ ਸਲਾਹ ਲੈਣ ਦੀ ਜ਼ਰੂਰਤ ਹੈ ਕਿ ਮੈਨੂੰ ਕਿਸ ਤਰੀਕੇ ਨਾਲ ਆਪਣੇ ਟੈਸਟਾਂ ਨੂੰ ਨਾਰਮਲ ਕਰੀਏ ਅਸੀਂ। ਬਾਕੀ ਜਿਹੜੀਆਂ ਚੀਜ਼ਾਂ ਉਹ ਐਡੀਸ਼ਨਲ ਹੈਗੀਆਂ ਆ, ਸੋ ਟੈਸਟਾਂ ਨੂੰ ਨਾਰਮਲ ਕਰਨਾ ਜ਼ਰੂਰੀ ਹੈਗਾ, ਉਹਦੇ ਉੱਤੇ ਫੋਕਸ ਰੱਖਣਾ ਚਾਹੀਦਾ ਆ। ਠੀਕ ਹੈ, ਹੋਮਮੇਡ ਰੈਸਿਪੀ ਤੋਂ ਕਿਵੇਂ ਅਸੀਂ ਨਿਜਾਤ ਪਾਈਏ? ਠੀਕ ਰਹਿਣਗੀਆਂ ਹੋਮਮੇਡ ਰੈਸਿਪੀ, ਹਰ ਪ੍ਰੋਫਾਈਲ ਦੇ ਲੋਕਾਂ ਦੇ ਲਈ ਸਹੀ ਰਹਿਣਗੀਆਂ? ਸ਼ੂਗਰ ਵਾਲੇ ਬੰਦੇ ਨੂੰ ਕਿਹਾ ਜਾਂਦਾ ਹੈ ਵੀ ਤੁਸੀਂ ਨਮਕ ਨਾ ਖਾਓ, ਜਿੱਦਾਂ ਹੁਣੇ ਤੁਸੀਂ ਜ਼ਿਕਰ ਕਰ ਰਹੇ ਸੀ, ਬਲੱਡ ਪ੍ਰੈਸ਼ਰ ਵਾਲੇ ਬੰਦੇ ਨੇ ਵੀ ਕੁਝ ਇਦਾਂ ਦੀਆਂ, ਨਹੀਂ ਸ਼ੂਗਰ ਵਾਲੇ ਨੂੰ ਸੌਰੀ ਚੀਨੀ, ਔਰ ਜਿਵੇਂ ਬਲੱਡ ਪ੍ਰੈਸ਼ਰ ਵਾਲੇ ਨੂੰ ਨਮਕ। ਬਟ ਜੇ ਇਹੀ ਪ੍ਰੋਬਲਮ ਅੱਗੇ ਜਾ ਕੇ ਕਿਡਨੀ ਨਾਲ ਰਿਲੇਟ ਹੋ ਜਾਵੇ ਤਾਂ ਸੇਮ ਹੀ ਰਹੂਗਾ ਇਸ ਚੀਜ਼ ਦਾ ਰਿਜ਼ਲਟ? ਸਮਝ ਗਿਆ ਤੁਹਾਡਾ ਕੁਐਸਚਨ। ਮੇਨ ਕੀ ਗੱਲ ਹੈਗੀ ਆ, ਇਹ ਬੜਾ ਜ਼ਰੂਰੀ ਸਵਾਲ ਹੈਗਾ ਆ। ਆਮ ਤੌਰ ਤੇ ਕੀ ਹੁੰਦਾ ਆ ਕਿ ਜਦੋਂ ਮੈਂ ਦੱਸਿਆ ਕਿ ਗਿਆਨ ਦਾ ਤਾਂ ਭੰਡਾਰ ਪਿਆ ਹੋਇਆ ਇੰਟਰਨੈਟ ਦੇ ਉੱਤੇ, ਔਰ ਹਰ ਬੰਦਾ ਆਪਣੇ ਆਪ ਨੂੰ ਪ੍ਰੋਪਰਲੀ ਗਿਆਨੀ ਸਮਝਦਾ ਹੈ ਕਿ ਵੀ ਮੈਂ ਉਸ ਚੀਜ਼ ਵਾਸਤੇ ਐਡਵਾਈਸ ਕਰ ਸਕਦਾ ਹਾਂ। ਮੈਂ ਤੁਹਾਨੂੰ ਐਗਜ਼ਾਮਪਲ ਦੇ ਤੌਰ ਦੇ ਉੱਤੇ ਦੱਸਣਾ ਚਾਹੁੰਦਾ ਹਾਂ, ਕਿਸੇ ਇੱਕ ਆਮ ਬੰਦੇ ਦਾ ਜੇ HB ਨਹੀਂ ਬਣ ਰਿਹਾ ਤੇ ਉਸ ਨੂੰ ਕਿਹਾ ਜਾਂਦਾ ਕਿ ਵੀ ਤੁਸੀਂ ਅਨਾਰ ਦਾ ਜੂਸ ਲੈ ਲਓ, ਪਾਲਕ ਖਾ ਲਓ। ਸੋ ਇਸ ਤਰੀਕੇ ਦੀਆਂ ਸਲਾਹਾਂ ਦਿੱਤੀਆਂ ਜਾਂਦੀਆਂ, ਔਰ ਬਿਲਕੁਲ ਠੀਕ ਵੀ ਹੈਗੀਆਂ। ਇਹ ਇਸ ਤਰੀਕੇ ਨਾਲ ਕੀਤਾ ਜਾਵੇ ਤੇ ਆਮ ਬੰਦੇ ਦਾ HB ਇੰਪਰੂਵ ਕਰੇਗਾ। ਲੇਕਿਨ ਜੇ ਇਹ ਚੀਜ਼ ਤੁਸੀਂ ਕਿਸੇ ਕਿਡਨੀ ਫੇਲੀਅਰ ਵਾਲੇ ਬੰਦੇ ਨੂੰ ਦੱਸੋਗੇ, ਉਹਦੇ ਵਾਸਤੇ ਨੁਕਸਾਨ ਹੈਗਾ। ਹੁਣ ਗੱਲ ਕਰੀਏ ਅਸੀਂ ਸ਼ੂਗਰ ਵਾਲੇ ਮਰੀਜ਼ ਦੀ, ਜਿਸ ਤਰ੍ਹਾਂ ਉਹਦੇ ਵਿੱਚ ਅਸੀਂ ਕਾਫੀ ਸਾਰੇ ਫਰੂਟਸ ਕਈ ਵਾਰ ਅਲਾਉ ਵੀ ਕਰਦੇ ਹਾਂ ਕਿ ਤੁਸੀਂ ਖਾ ਸਕਦੇ ਹੋ। ਲੇਕਿਨ ਜੇ ਉਹੀ ਪ੍ਰੋਬਲਮ ਕਿਡਨੀ ਵਾਲੇ ਮਰੀਜ਼ ਦੇ ਵਿੱਚ ਉਹ ਉਸ ਨੂੰ ਦੱਸਿਆ ਜਾਂਦਾ ਹੈਗਾ ਆ ਤੇ ਉਹ ਦਿੱਕਤ ਵਾਲੀ ਗੱਲ ਹੈਗੀ ਆ। ਮੇਰੇ ਕੋਲ ਕੋਈ ਪੇਸ਼ੈਂਟ ਆਏ ਸੀਗੇ ਕਿਡਨੀ ਫੇਲੀਅਰ ਦੇ ਸੀਗੇ, ਉਹ ਕਹਿੰਦੇ ਵੀ ਸਾਨੂੰ ਕਿਸੇ ਨੇ ਦੱਸਿਆ ਵੀ ਤੁਹਾਡਾ HB ਘਟਦਾ। ਕਿਡਨੀ ਫੇਲੀਅਰ ਵਿੱਚ ਵੈਸੇ ਹੀ HB ਘਟਦਾ ਹੁੰਦਾ ਆ, ਤੇ ਉਹਦੇ ਵਿੱਚ ਕਹਿੰਦੇ ਸਾਨੂੰ ਕਿਸੇ ਨੇ ਦੱਸਿਆ ਕਿ ਅਨਾਰ ਦਾ ਜੂਸ ਪੀਓ, ਜਦ ਕਿ ਇਹ ਚੀਜ਼ਾਂ ਜਿਹੜੀਆਂ ਉਹਨਾਂ ਵਾਸਤੇ ਫੇਟਲ ਹੈਗੀਆਂ, ਉਹ ਨੁਕਸਾਨਦਾਇਕ, ਬਹੁਤ ਤਕੜੀਆਂ ਨੁਕਸਾਨਦਾਇਕ। ਹੋਰ ਵੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸੀ, ਜਿਸ ਤਰ੍ਹਾਂ ਬਲੱਡ ਪ੍ਰੈਸ਼ਰ ਦੀ ਗੱਲ ਹੁੰਦੀ ਆ, ਜਦੋਂ ਬਲੱਡ ਪ੍ਰੈਸ਼ਰ ਦਾ ਇਕੱਲਾ ਮਰੀਜ਼ ਆ, ਹੋਰ ਉਸ ਨੂੰ ਕੋਈ ਤਕਲੀਫ ਨਹੀਂ ਆ, ਉਸ ਕੇਸ ਦੇ ਵਿੱਚ ਨਮਕ ਘੱਟ ਖਾਣ ਵਾਸਤੇ ਐਡਵਾਈਸ ਕੀਤਾ ਜਾਂਦਾ ਆ ਕਿ ਤੁਸੀਂ ਨਮਕ ਘੱਟ ਖਾਓ ਜਿਹਦੇ ਨਾਲ ਕਿ ਬਲੱਡ ਪ੍ਰੈਸ਼ਰ ਕੰਟਰੋਲ 'ਚ ਰਹੇ। ਲੇਕਿਨ ਜਦੋਂ ਉਹੀ ਬਲੱਡ ਪ੍ਰੈਸ਼ਰ ਵਧਿਆ ਹੋਇਆ ਅਨਕੰਟਰੋਲਡ ਬਲੱਡ ਪ੍ਰੈਸ਼ਰ ਕਿਡਨੀਜ਼ ਨੂੰ ਡੈਮੇਜ ਕਰ ਦਿੰਦਾ ਆ, ਉਸ ਕੇਸ 'ਚ ਅਸੀਂ ਜਿਹੜਾ ਘਟਾਇਆ ਹੋਇਆ ਨਮਕ ਆ ਉਹਨੂੰ ਨਾਰਮਲ ਲੈਵਲ ਤੇ ਲੈ ਕੇ ਆਉਣਾ। ਅਸੀਂ ਫਿਰ ਘਟਾ ਕੇ ਨਹੀਂ ਖਾਣਾ, ਅਸੀਂ ਜਿੰਨਾ ਨਾਰਮਲ ਬਾਕੀ ਦੇ ਘਰ ਦੇ ਖਾ ਸਕਦੇ ਆ ਉਨਾ ਹੀ ਖਾਣਾ ਆ। ਕਿਉਂਕਿ ਜੇ ਅਸੀਂ ਉਸ ਕਿਡਨੀ ਫੇਲੀਅਰ 'ਚ ਨਮਕ ਘਟਾ ਕੇ ਰੱਖਾਂਗੇ ਜ਼ਿਆਦਾ ਤੇ ਸਾਡਾ ਵੈਸੇ ਹੀ ਸੋਡੀਅਮ ਵੀ ਘਟ ਜਾਏਗਾ। ਓਕੇ, ਠੀਕ ਹੈ, ਇਹ ਗਹਿਰਾਈ ਦੀਆਂ ਗੱਲਾਂ ਨੇ ਨਾ। ਬਿਲਕੁਲ, ਇਹ ਨੰਬਰ ਅਸੀਂ ਤੁਹਾਡੇ ਨਾਲ ਸਾਂਝੇ ਕਰਦੇ ਪਏ ਹਾਂ ਸਕਰੀਨ ਦੇ ਉੱਪਰ। ਜੇਕਰ ਤੁਸੀਂ ਵੀ ਇਦਾਂ ਦੀ ਕਿਸੇ ਵੀ ਪ੍ਰੋਬਲਮ ਨਾਲ ਜੂਝ ਰਹੇ ਹੋ ਤਾਂ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਇਹਨਾਂ ਨੰਬਰਸ ਦੇ ਉੱਪਰ ਕਾਲ ਕਰਕੇ। ਇਹ ਹੈਲਪਲਾਈਨ ਨੰਬਰ ਨੇ, ਤੁਹਾਡੀ ਹੈਲਪ ਜ਼ਰੂਰ ਕਰਨਗੇ। ਔਰ ਜਲੰਧਰ ਤੇ ਚੰਡੀਗੜ੍ਹ ਦੇ ਵਿੱਚ ਜਿਹੜਾ ਕਲੀਨਿਕ ਹੈਗਾ, ਹਸਪੀਟਲ ਹੈਗਾ, ਤੁਸੀਂ ਉੱਥੇ ਪਹੁੰਚ ਸਕਦੇ ਹੋ। ਜਲੰਧਰ ਦੇ ਵਿੱਚ ਵਿਜਨਗਰ ਦੇ ਵਿੱਚ, ਔਰ ਇਸ ਤੋਂ ਇਲਾਵਾ ਚੰਡੀਗੜ੍ਹ ਸੈਕਟਰ 44 ਦੇ ਵਿੱਚ ਜਿਹੜਾ ਆ ਉੱਥੇ ਹਸਪੀਟਲ ਹੈਗੇ ਨੇ। ਤੁਹਾਡੇ ਨੰਬਰ ਜਿਹੜੇ ਅਸੀਂ ਸਾਂਝੇ ਕਰਦੇ ਪਏ ਹਾਂ, ਅਪਾਇੰਟਮੈਂਟ ਲੈ ਕੇ ਜ਼ਰੂਰ ਤੁਸੀਂ ਉੱਥੇ ਵਿਜ਼ਿਟ ਕਰਿਓ ਔਰ ਆਪਣੀ ਪ੍ਰੋਬਲਮ ਦਾ ਤੁਸੀਂ ਉੱਥੇ ਸੋਲਿਊਸ਼ਨ ਲੈ ਸਕਦੇ ਹੋ। ਸਰ, ਮਤਲਬ ਕਿ ਕੋਈ ਵੀ ਚੀਜ਼ ਹੈ ਸਾਡੇ ਲਈ ਸਹੀ ਹੈਗੀ ਹੈ, ਬਟ ਜੇ ਉਹ ਇੱਕ ਬਿਮਾਰੀ ਦੇ ਨਾਲ ਦੂਜੀ ਬਿਮਾਰੀ ਦੇ ਨਾਲ ਜੁੜੀ ਹੋਈ ਹੈ ਤਾਂ ਉਹ ਚੀਜ਼ ਸਾਡਾ ਨੁਕਸਾਨ ਬਹੁਤ ਵੱਡੇ ਪੱਧਰ ਤੇ ਕਰ ਸਕਦੀ। ਜਿਵੇਂ ਨਮਕ ਦਾ ਜ਼ਿਕਰ ਕੀਤਾ ਨਾ, ਉੱਦਾਂ ਨਾਰਮਲੀ ਠੀਕ ਆ, ਬਟ ਜੇ ਕਿਡਨੀ ਪੇਸ਼ੈਂਟ ਆ ਗਿਆ ਤਾਂ ਉਹਦੇ ਵਾਸਤੇ ਖਤਰੇ ਦੀ ਘੰਟੀ ਵੱਧ ਗਈ ਹੈਗੀ ਆ। ਨਮਕ ਨੂੰ ਲੈ ਕੇ ਵੀ ਬਹੁਤ ਕੁਐਰੀ ਹੈਗੀ ਆ। ਹੁਣ ਉਹੀ ਜਿੱਦਾਂ ਸੋਸ਼ਲ ਮੀਡੀਆ ਤੇ ਬਹੁਤ ਸਲਾਹਕਾਰ ਬੈਠੇ ਹੁੰਦੇ ਆ ਨਾ
ਕਹਿੰਦੇ ਨੇ ਵੀ ਵਾਈਟ ਨਮਕ ਦਾ ਤੁਸੀਂ ਬਿਲਕੁਲ ਖੰਡਨ ਕਰ ਦਿਓ, ਤੁਸੀਂ ਘਰੇ ਪਿੰਕ ਸਾਲਟ ਯੂਜ਼ ਕਰੋ ਜਾਂ ਬਲੈਕ ਸਾਲਟ ਯੂਜ਼ ਕਰੋ। ਪਹਿਲਾ ਸਵਾਲ ਤਾਂ ਇਹ ਹੈ ਕਿ ਅਸੀਂ ਪਿੰਕ ਸਾਲਟ ਜਾਂ ਬਲੈਕ ਸਾਲਟ ਯੂਜ਼ ਕਰਦੇ ਹਾਂ ਤਾਂ ਜਿੰਨਾ ਸਾਨੂੰ ਵਾਈਟ ਸਾਲਟ ਚੋਂ ਆਇਓਡੀਨ ਮਿਲਦਾ ਹੈਗਾ ਉਹ ਚੀਜ਼ਾਂ ਪ੍ਰੋਪਰ ਮਾਤਰਾ 'ਚ ਮਿਲਦੀਆਂ ਨੇ। ਤੇ ਕੀ ਇਹਨਾਂ ਨਮਕਾਂ ਨੂੰ ਪ੍ਰਯੋਗ ਕਰਨ ਦੀ ਵੀ ਕੋਈ ਵਿਧੀ ਹੈਗੀ ਹੈ ਕਿ ਆਯੁਰਵੇਦ ਕੀ ਕਹਿੰਦਾ ਹੈ, ਤੁਹਾਡੀ ਸਟੱਡੀ ਕੀ ਕਹਿੰਦੀ ਹੈ ਇਸ ਚੀਜ਼ ਨੂੰ ਕਿ ਕਿਹੜਾ ਨਮਕ ਸਹੀ ਹੈ ਔਰ ਕਿਹੜਾ ਨਮਕ ਸਾਡੇ ਹੈਲਥ ਨੂੰ ਨੁਕਸਾਨ ਦੇ ਸਕਦਾ ਹੈਗਾ? ਦੇਖੋ ਇਸ ਤਰ੍ਹਾਂ ਜਿਸ ਤਰ੍ਹਾਂ ਆਇਓਡੀਨ ਦੀ ਬਹੁਤ ਸਾਡੇ ਬਾਡੀ ਵਾਸਤੇ ਰਿਕੁਆਇਰਮੈਂਟ ਹੁੰਦੀ ਹੈਗੀ ਆ, ਲੇਕਿਨ ਅੱਜ ਕੱਲ ਦੇ ਵਿੱਚ ਪਿੰਕ ਸਾਲਟ ਵਿੱਚ ਵੀ ਆਇਓਡਾਈਜ਼ਡ ਪਿੰਕ ਸਾਲਟ ਵੀ ਆਉਣ ਲੱਗ ਪਿਆ ਹੈਗਾ ਆ। ਸੋ ਅਸੀਂ ਆਪਣੇ ਡੇਲੀ ਰੂਟੀਨ ਵਿੱਚ ਨੋ ਡਾਊਟ ਪਿੰਕ ਸਾਲਟ ਨੂੰ ਜ਼ਿਆਦਾ ਪ੍ਰੈਫਰੈਂਸ ਦਿੱਤੀ ਗਈ ਆ ਕਿ ਤੁਸੀਂ ਉਹ ਸਾਲਟ ਯੂਜ਼ ਕਰੋ। ਲੇਕਿਨ ਜੇ ਅਸੀਂ ਵਾਈਟ ਸਾਲਟ ਵੀ ਯੂਜ਼ ਕਰਦੇ ਪਏ ਆ ਉਹਦੇ ਵਿੱਚ ਕੋਈ ਘਬਰਾਉਣ ਵਾਲੀ ਗੱਲ ਨਹੀਂ ਆ। ਮੇਨ ਪੁਆਇੰਟ ਕੀ ਆ ਕਿ ਅਸੀਂ ਜ਼ਿਆਦਾ ਨਾ ਖਾਈਏ। ਸਾਲਟ ਔਰ ਸਵੀਟ ਜਿਹੜੀ ਮਿੱਠਾ, ਇਹ ਜੇ ਅਸੀਂ ਜ਼ਿਆਦਾ ਖਾਂਦੇ ਆ ਤੇ ਸਾਨੂੰ ਦਿੱਕਤ ਆਏਗੀ। ਸੋ ਇਹ ਦੋਨੇ ਚੀਜ਼ਾਂ ਦਾ ਇਸਤੇਮਾਲ ਆਪਾਂ ਨਾਰਮਲ ਰੱਖੀਏ, ਜ਼ਿਆਦਾ ਇਸਤੇਮਾਲ ਕਰਨ ਦੀ ਜ਼ਰੂਰਤ ਨਹੀਂ ਹੈਗੀ। ਚਲੋ ਇਹ ਤਾਂ ਪੇਸ਼ੈਂਟ ਦੀ ਗੱਲ ਰਹੀ ਹੈ ਨਾ, ਹੁਣ ਆਪਾਂ ਆਮ ਲੋਕਾਂ ਦੀ ਗੱਲ ਕਰ ਲੈਂਦੇ ਆ, ਕੁੜੀਆਂ ਦੀ ਗੱਲ ਕਰ ਲੈਂਦੇ ਆ। ਆਮ ਤੌਰ ਦੇ ਉੱਤੇ ਕੁੜੀਆਂ ਨੂੰ ਪ੍ਰੋਬਲਮਸ ਹੁੰਦੀਆਂ ਨੇ ਜਿਹਦਾ ਕਰਕੇ ਬਲੱਡ ਉਹਨਾਂ 'ਚ ਘਟ ਜਾਂਦਾ ਹੈ। ਸੋ ਪ੍ਰੈਗਨੈਂਸੀ ਟਾਈਮ ਦੇ ਉੱਤੇ ਪ੍ਰੋਬਲਮ ਆ ਜਾਂਦੀ ਹੈ ਤਾਂ ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈ? ਲਾਈਫ ਸਟਾਈਲ ਦੇ ਵਿੱਚ ਕੀ ਚੀਜ਼ਾਂ ਐਡ ਆਨ ਕਰਨੀਆਂ ਚਾਹੀਦੀਆਂ ਨੇ ਔਰ ਕਿਹੜੀਆਂ ਚੀਜ਼ਾਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈਗਾ? ਤੇ ਚਾਹੇ ਕੋਈ ਵੀ ਹੈ ਨਾਰਮਲ ਬੰਦਾ ਹੈ ਉਹਨੂੰ ਵੀ ਕਿੱਦਾਂ ਦੀ ਡਾਈਟ ਐਡ ਆਨ ਕਰਨੀ ਚਾਹੀਦੀ ਹੈ ਤਾਂ ਕਿ ਘੱਟੋ ਘੱਟ ਬਲੱਡ ਉਹਦੀ ਬਾਡੀ 'ਚ ਨਾ ਘਟੇ? ਬਿਕੋਜ਼ ਇੱਕ ਬਲੱਡ ਹੀ ਐਸਾ ਸੋਰਸ ਹੈ ਜਿਹੜਾ ਅਸੀਂ ਬਾਹਰੋਂ ਹੈ ਨਾ ਇਨਟੇਕ ਨਹੀਂ ਕਰ ਸਕਦੇ ਹੈਗੇ, ਆ ਕਰਦੇ ਵੀ ਆ ਤਾਂ ਬਣਦਾ ਨਹੀਂ ਹੈਗਾ ਜਿਵੇਂ ਬਾਡੀ ਦੇ ਅੰਦਰ ਹੀ ਬਣਦਾ। ਸੋ ਉਹਦੇ ਬਾਰੇ ਜਾਣਕਾਰੀ ਚਾਹੂੰਗੀ। ਬਿਲਕੁਲ ਦੇਖੋ ਇਸ ਤਰ੍ਹਾਂ ਜਿਹੜੀ ਬਲੱਡ ਵਾਲੀ ਗੱਲ ਹੈਗੀ ਆ ਇਹ ਬਿਲਕੁਲ ਸਹੀ ਗੱਲ ਆ ਕਿ ਜਿਹੜੇ ਫੀਮੇਲਸ ਦੇ ਵਿੱਚ ਕਈ ਵਾਰੀ ਜ਼ਿਆਦਾਤਰ ਦੇਖਿਆ ਗਿਆ ਆ ਕਿ HB ਘੱਟ ਹੁੰਦਾ ਹੈਗਾ। ਸੋ ਉਹਦੇ ਵਾਸਤੇ ਸਾਨੂੰ ਜੋ ਆਇਰਨ ਇਨਟੇਕ ਸਾਡੀ ਡਾਈਟ ਵਿੱਚ ਅੱਛੀ ਹੋਣੀ ਚਾਹੀਦੀ ਆ। ਸੋ ਜੇ ਤਾਂ ਅਸੀਂ ਡਾਈਟ ਦੇ ਨਾਲ ਪ੍ਰੋਪਰਲੀ ਆਇਰਨ ਇਨਟੇਕ ਲੈ ਰਹੇ ਹਾਂ, ਜਿਸ ਤਰ੍ਹਾਂ ਪਾਲਕ ਹੋ ਗਈ, ਅਸੀਂ ਫਰੂਟਸ ਦਾ ਇਸਤੇਮਾਲ ਡੇਲੀ ਬੇਸਿਸ ਉੱਤੇ ਕਰੀਏ, ਕਾਲੇ ਚਨੇ ਦਾ ਇਸਤੇਮਾਲ ਕਰੀਏ, ਮਿਲਕ ਦਾ ਇਸਤੇਮਾਲ ਕਰੀਏ, ਸੋ ਅਸੀਂ ਕੁਛ ਹੱਦ ਤੱਕ ਮਤਲਬ ਕਾਫੀ ਹੱਦ ਤੱਕ ਅਸੀਂ ਇਹ ਚੀਜ਼ਾਂ ਨੂੰ ਕਵਰ ਅਪ ਕਰ ਸਕਦੇ ਹਾਂ। ਲੇਕਿਨ ਫਿਰ ਵੀ ਜੇ ਲੇਡੀਜ਼ ਦੇ ਵਿੱਚ HB ਘੱਟ ਰਹਿ ਰਿਹਾ ਤੇ ਉਹਨਾਂ ਨੂੰ ਅਲੱਗ ਤੋਂ ਆਇਰਨ ਸਪਲੀਮੈਂਟ ਲੈਣ ਦੀ ਜ਼ਰੂਰਤ ਹੈਗੀ ਆ। ਸੋ ਉਹ ਇਸ ਚੀਜ਼ ਨੂੰ ਕਦੇ ਵੀ ਨੈਗਲੈਕਟ ਨਾ ਕਰਨ। ਜੇ HB ਘੱਟ ਹੈਗਾ ਤੇ ਆਇਰਨ ਸਪਲੀਮੈਂਟ ਜ਼ਰੂਰ ਇਸਤੇਮਾਲ ਕਰਨ। ਦੂਸਰੀ ਗੱਲ, ਜਿਹੜਾ ਆਮ ਬੰਦਾ ਉਸਨੂੰ ਕਿਸ ਤਰੀਕੇ ਨਾਲ ਲਾਈਫ ਸਟਾਈਲ ਜਾਂ ਕਿਸ ਤਰੀਕੇ ਨਾਲ ਰਹਿਣਾ ਚਾਹੀਦਾ ਹੈ ਜਿੰਨਾ ਕਿ ਉਹ ਕੋਈ ਵੀ ਬਿਮਾਰੀ ਤੋਂ ਬਚ ਸਕੇ। ਦੇਖੋ ਪਹਿਲੀ ਗੱਲ ਤਾਂ ਇਹ ਆ ਕਿ ਆਪਾਂ ਚਾਹੇ 2 ਟਾਈਮ ਜਾਂ 3 ਟਾਈਮ ਦਾ ਖਾਣਾ ਖਾ ਰਹੇ ਹਾਂ, ਸਾਨੂੰ ਟਾਈਮ ਤੇ ਖਾਣਾ ਖਾਣਾ ਜ਼ਰੂਰੀ ਆ। ਕੋਈ ਵੀ ਟਾਈਮ ਤੁਸੀਂ ਫਿਕਸ ਅਪ ਕੀਤਾ ਹੋਇਆ ਉਸ ਟਾਈਮ ਦੇ ਉੱਤੇ ਖਾਣਾ ਜ਼ਰੂਰ ਇਸਤੇਮਾਲ ਕਰੋ। ਦੂਜੀ ਗੱਲ, ਸਾਰੇ ਦਿਨ ਦੇ ਵਿੱਚ 1 ਘੰਟਾ ਆਪਣੇ ਸਰੀਰ ਵਾਸਤੇ ਜ਼ਰੂਰ ਕੱਢੋ, ਆਪਣੇ ਬਾਡੀ ਨੂੰ ਐਕਸਰਸਾਈਜ਼ ਕਰੋ ਆਪਣੀ ਬਾਡੀ ਦੀ, ਚਾਹੇ ਉਹ ਵਾਕ ਕਰਦੇ ਹੋ, ਕੋਈ ਯੋਗਾ ਕਰਦੇ ਹੋ ਜਾਂ ਜੋ ਵੀ ਕਰਦੇ ਹੋ, 1 ਘੰਟਾ ਤੁਸੀਂ ਐਕਸਰਸਾਈਜ਼ ਜ਼ਰੂਰ ਕਰੋ। ਸੋ ਹੈਲਦੀ ਡਾਈਟ ਔਰ 1 ਘੰਟਾ ਐਕਸਰਸਾਈਜ਼ ਜਿਹੜੀ ਆ ਉਹਦੇ ਨਾਲ ਅਸੀਂ ਬਿਮਾਰੀ ਤੋਂ ਨਿਜਾਤ ਪਾ ਸਕਦੇ ਹਾਂ। ਬਹੁਤ ਸਾਰੀਆਂ ਤਰ੍ਹਾਂ ਦੀਆਂ ਬਿਮਾਰੀਆਂ। ਅੱਛਾ, ਲੋਕੀ ਨਾ ਰੋਟੀ ਖਾ ਕੇ ਤੇ ਆਰਾਮ ਨਾਲ ਪੈ ਜਾਂਦੇ ਨੇ ਤਾਂ ਪੈਣਾ ਠੀਕ ਰਹਿੰਦਾ ਬਾਡੀ ਦੇ ਲਈ? ਅਸੀਂ ਥਕਾਨ ਮਹਿਸੂਸ ਕਰਦੇ ਹਾਂ ਬਿਜ਼ੀ ਸਕੈਜੂਅਲ ਦਾ ਕਰਕੇ। ਹਾਂ ਦੇਖੋ ਬਿਲਕੁਲ, ਵੈਸੇ ਤਾਂ ਇੱਕ ਇਹ ਨਾਰਮਲ ਪ੍ਰੋਸੈਸ ਹੈ ਕਿ ਕੀ ਹੁੰਦਾ ਕਿ ਜਦੋਂ ਨਾ ਅਸੀਂ ਖਾਣਾ ਖਾਂਦੇ ਹੈਗੇ ਆ ਤੇ ਸਾਡੇ ਸਟਮਕ ਨੂੰ ਬਲੱਡ ਸਪਲਾਈ ਸਾਰੀ ਚਲੀ ਜਾਂਦੀ ਆ। ਨਾਰਮਲੀ ਕੀ ਹੁੰਦਾ ਕਿ ਬਲੱਡ ਸਪਲਾਈ ਜਿੱਦਾਂ ਹੁਣ ਸਾਡੇ ਸਾਰੇ ਪਾਸੇ ਜਾਂਦੀ ਆ, ਲੇਕਿਨ ਜਦੋਂ ਅਸੀਂ ਖਾਣਾ ਖਾਂਦੇ ਆ ਤੇ ਸਾਡੇ ਸਟਮਕ ਨੂੰ ਬਲੱਡ ਸਪਲਾਈ ਕਾਫੀ ਜਾਂਦੀ ਆ, ਜਿਹਦੇ ਕਰਕੇ ਸਾਡੀ ਬਾਡੀ ਥੋੜੀ ਜੀ ਸੁਸਤਪਨ ਦੇ ਵਿੱਚ ਰਹਿੰਦੀ ਆ, ਲੈਥਰਜਿਕ ਅਸੀਂ ਮਹਿਸੂਸ ਕਰਦੇ ਆ। ਹਾਂ ਦੇਖੋ ਇਹ ਗੱਲ ਹੈਗੀ ਆ ਕਿ ਥੋੜੀ ਦੇਰ ਵਾਸਤੇ ਜੇ ਸਾਨੂੰ ਇਸ ਤਰੀਕੇ ਨਾਲ ਮਹਿਸੂਸ ਹੁੰਦਾ ਹੈਗਾ ਆ ਤੇ ਉਹ ਇੱਕ ਸਾਡਾ ਮੈਟਾਬੋਲਿਕ ਸਿਸਟਮ ਉਹ ਵਰਕ ਕਰ ਰਿਹਾ ਹੁੰਦਾ ਆ। ਹਾਂ ਪਰ ਸਾਨੂੰ ਆਪਾਂ ਥੋੜਾ ਉਸ ਤੋਂ ਬਾਅਦ ਰੈਸਟ ਕਰਕੇ ਅਸੀਂ ਵਾਕ ਵਰਾ ਜੇ ਕਰੀਏ ਤੇ ਉਹ ਜ਼ਿਆਦਾ ਵਧੀਆ ਹੈਗੀ, ਅੱਛੀ ਚੀਜ਼ ਹੈ। ਅੱਛਾ, ਨਮਕ ਦਾ ਤੁਸੀਂ ਦੱਸਿਆ ਸੀਗਾ, ਨਮਕ ਨੂੰ ਲੋਕੀ ਕਹਿੰਦੇ ਆ ਵੀ ਤੁਸੀਂ ਸਬਜ਼ੀ ਜਾਂ ਕਿਸੇ ਚੀਜ਼ ਦੇ ਉੱਪਰ ਕੱਚਾ ਉੱਪਰ ਪਾ ਰਹੇ ਹੋ ਤਾਂ ਉਹਦੇ ਸਾਈਡ ਇਫੈਕਟ ਨੇ, ਤੁਸੀਂ ਜੇ ਰਿੰਨ ਕੇ ਖਾਣੇ ਹੋ ਤਾਂ ਵਧੀਆ ਰਹਿੰਦਾ। ਬਿਲਕੁਲ ਦੇਖੋ ਵੈਸੇ ਤਾਂ ਸਿੱਧੀ ਗੱਲ ਹੈਗੀ ਆ ਕਿ ਨਮਕ ਦਾ ਘੱਟ ਤੋਂ ਘੱਟ ਇਸਤੇਮਾਲ ਕਰਨਾ ਚਾਹੀਦਾ ਔਰ ਜਿੰਨਾ ਕਰਨਾ ਚਾਹੀਦਾ ਉਹ ਡਿਊਰਿੰਗ ਜਦੋਂ ਸਬਜ਼ੀ ਬਣਾਉਂਦੇ ਆ ਉਦੋਂ ਹੀ ਕਰ ਲਓ। ਬਾਅਦ ਵਿੱਚ ਉੱਪਰੋਂ ਸਲਾਦ ਦੇ ਉੱਤੇ ਜਾਂ ਆਪਾਂ ਬਾਕੀ ਚੀਜ਼ਾਂ ਉੱਤੇ ਪਾਣਾ ਉਹ ਇੱਕ ਹੈਲਦੀ ਪ੍ਰੋਸੀਜਰ ਨਹੀਂ ਹੈਗਾ। ਉਹ ਨਹੀਂ ਹੈਗਾ, ਉਹਦੇ ਨੁਕਸਾਨ ਹੈਗੇ ਨੇ। ਨੰਬਰਸ ਤੁਹਾਡੇ ਨਾਲ ਅਸੀਂ ਸਾਂਝੇ ਕਰ ਰਹੇ ਹਾਂ, ਤੁਸੀਂ ਜੁੜ ਸਕਦੇ ਹੋ ਇਹਨਾਂ ਨੰਬਰਸ ਦੇ ਦੌਰਾਨ ਸਾਡੇ ਨਾਲ। ਔਰ ਜਲੰਧਰ ਤੇ ਚੰਡੀਗੜ੍ਹ ਦੇ ਵਿੱਚ ਹਸਪੀਟਲ ਹੈਗਾ, ਉੱਥੇ ਤੁਸੀਂ ਵਿਜ਼ਿਟ ਕਰ ਸਕਦੇ ਹੋ। ਕੋਈ ਵੀ ਬਾਡੀ ਨਾਲ ਪ੍ਰੋਬਲਮ ਹੈਗੀ ਹੈ ਤੁਹਾਡੇ ਨਾਲ, ਤੁਸੀਂ ਜੂਝ ਰਹੇ ਹੈਗੇ ਹੋ, ਮੇਨ ਤੌਰ ਦੇ ਉੱਪਰ ਅੰਡਰਲਾਈਨ ਕਰਿਓ ਜਿਹੜੇ ਲੋਕ ਕਿਡਨੀ ਦੀ ਪ੍ਰੋਬਲਮ ਦੇ ਨਾਲ ਸਰਵਾਈਵ ਕਰ ਰਹੇ ਨੇ ਉਹਨਾਂ ਨੂੰ ਕੀ ਸੋਲੂਸ਼ਨ ਮਿਲ ਸਕਦਾ। ਸੋ ਕਿਡਨੀ ਦਾ ਸਰ ਲਾਸ ਨਾ ਹੋਵੇ, ਕਿਉਂਕਿ ਅੱਜ ਕੱਲ ਜੋ ਟਾਈਮ ਪੀਰੀਅਡ ਹੈਗਾ ਆ ਅਨਹੈਲਦੀ ਲਾਈਫ ਸਟਾਈਲ ਹੀ ਕਹਿ ਸਕਦੇ ਆਪਾਂ ਨੇ, ਜਿਹਦੀ ਵਜ੍ਹਾ ਨਾਲ
ਛੋਟੀ ਉਮਰ ਦੇ ਲੋਕਾਂ ਨੂੰ ਵੀ ਕਿਡਨੀ ਦੀ ਪ੍ਰੋਬਲਮ ਆ ਰਹੀ ਹੈ, ਸੋ ਸਾਡਾ ਕਿਡਨੀ ਲਾਸ ਨਾ ਹੋਵੇ, ਕਿਵੇਂ ਇਹਦਾ ਟ੍ਰੀਟਮੈਂਟ ਕਿਵੇਂ ਲਿਆ ਜਾ ਸਕਦਾ ਹੈ, ਔਰ ਇਹਦੀਆਂ ਸਟੇਜਸ ਬਾਰੇ ਜ਼ਰੂਰ ਜਾਣਕਾਰੀ ਚਾਹੂੰਗੀ ਮੈਂ ਜੀ। ਦੇਖੋ ਇਸ ਤਰ੍ਹਾਂ ਆ, ਕਿਡਨੀ ਦੀ ਜਿਹੜੀ ਬਿਮਾਰੀ ਆ ਜ਼ਿਆਦਾਤਰ 60% ਜਿਹੜੇ ਮਰੀਜ਼ ਹੈਗੇ ਆ ਉਹਨਾਂ ਦਾ ਜਿਹੜਾ ਕਾਰਨ ਹੈਗਾ ਉਹ ਵਧੀ ਹੋਈ ਬਲੱਡ ਪ੍ਰੈਸ਼ਰ, ਵਧਿਆ ਹੋਇਆ ਬਲੱਡ ਪ੍ਰੈਸ਼ਰ ਜਾਂ ਵਧੀ ਹੋਈ ਸ਼ੂਗਰ ਹੁੰਦੀ ਆ। ਸੋ ਜੇ ਅਸੀਂ ਇਹਨਾਂ ਦੋਨਾਂ ਚੀਜ਼ਾਂ ਨੂੰ ਕੰਟਰੋਲ ਕਰਕੇ ਰੱਖੀਏ ਤੇ ਅਸੀਂ ਗੁਰਦਿਆਂ ਦੀ ਬਿਮਾਰੀ ਤੋਂ ਨਿਜਾਤ ਪਾ ਸਕਦੇ ਹਾਂ, ਇਹ ਨਹੀਂ ਹੋਊਗੀ ਸਾਨੂੰ। ਦੂਜੀ ਗੱਲ, ਜਿਸ ਤਰ੍ਹਾਂ ਕਿਸੇ ਨੂੰ ਗੁਰਦਿਆਂ ਦੀ ਬਿਮਾਰੀ ਹੋ ਗਈ ਆ, ਉਹਦੀਆਂ 5 ਸਟੇਜਸ ਹੁੰਦੀਆਂ ਆ। 5 ਸਟੇਜਸ ਚੋਂ ਪਹਿਲੀਆਂ 2 ਸਟੇਜਸ ਬਾਰੇ ਸਾਨੂੰ ਪਤਾ ਨਹੀਂ ਲੱਗਦਾ। ਸ਼ੂਗਰ ਵਾਲੇ ਮਰੀਜ਼ ਦੀ ਜਿੱਦਾਂ ਜਿੱਦਾਂ ਨਜ਼ਰ ਕਮਜ਼ੋਰ ਹੋ ਰਹੀ ਆ, ਉਦਾਂ ਉਦਾਂ ਉਹਦੇ ਗੁਰਦੇ ਕਮਜ਼ੋਰ ਹੋ ਰਹੇ ਆ। ਸੋ ਸਾਨੂੰ ਜੇ ਪਹਿਲੋਂ ਅਸੀਂ ਪਤਾ ਕਰਨਾ ਤੇ ਸਾਨੂੰ ਪਿਸ਼ਾਬ ਟੈਸਟ ਕਰਵਾਉਣਾ ਚਾਹੀਦਾ ਆ। ਜੇ ਉਹਦੇ ਵਿੱਚ ਪ੍ਰੋਟੀਨ ਦੀ ਲੀਕੇਜ ਹੋ ਰਹੀ ਆ, ਉਹ ਇਹਦਾ ਮਤਲਬ ਇਹ ਹੈ ਕਿ ਅਸੀਂ ਪਹਿਲੀ ਜਾਂ ਦੂਜੀ ਸਟੇਜ ਦੇ ਵਿੱਚ ਹੈਗੇ ਆ। ਜਦੋਂ ਤੱਕ ਤੀਸਰੀ ਸਟੇਜ ਆਉਂਦੀ ਆ, ਉਦੋਂ ਫਿਰ ਸਾਡੇ ਬਲੱਡ ਟੈਸਟ ਵਿੱਚ ਫਿਰ ਜਾ ਕੇ ਚੇਂਜਸ ਵਗੈਰਾ ਆਉਣੀਆਂ ਸ਼ੁਰੂ ਹੁੰਦੀਆਂ ਆ। ਸੋ ਆਪਾਂ ਜੇ ਜਿੰਨੀ ਜਲਦੀ ਇਸ ਬਿਮਾਰੀ ਨੂੰ ਫੜਾਂਗੇ, ਉਨੀ ਜਲਦੀ ਇਸ ਦਾ ਆਪਾਂ ਨਿਜਾਤ ਇਸ ਤੋਂ ਪਾਵਾਂਗੇ, ਇਸ ਨੂੰ ਉਨੀ ਜਲਦੀ ਹੱਲ ਕਰ ਸਕਦੇ ਹਾਂ। ਅਸੀਂ ਆਪਣੇ ਇੱਥੇ ਸੈਂਟਰ ਵਿੱਚ ਟੋਟਲ 5 ਸਟੇਜਸ ਦਾ ਇਲਾਜ ਕਰਦੇ ਹੈਗੇ ਆ, ਚਾਹੇ ਉਹ ਪਹਿਲੀ ਸਟੇਜ ਆ ਚਾਹੇ 5ਵੀਂ ਸਟੇਜ ਆ, ਅਸੀਂ ਸਾਰੀਆਂ ਸਟੇਜਸ ਦਾ ਇਲਾਜ ਕਰਦੇ ਹਾਂ। ਇੱਕ ਮੈਂ ਹੋਰ ਤੁਹਾਨੂੰ ਐਡ ਆਨ ਕਰਨੀ ਚਾਹੁੰਦਾ ਹਾਂ, ਜਿੱਦਾਂ ਅਸੀਂ ਪਹਿਲੋਂ ਡਾਈਟ ਬਾਰੇ ਗੱਲ ਕੀਤੀ ਹੈਗੀ ਆ ਕਿ ਡਾਈਟ ਬੜੀ ਕੀ ਖਾਣਾ ਚਾਹੀਦਾ, ਕੀ ਨਹੀਂ ਖਾਣਾ ਚਾਹੀਦਾ, ਤੇ ਲੇਕਿਨ ਮੈਂ ਇੱਕ ਦੋਨੇ ਪਹਿਲੂ ਦੱਸਣਾ ਚਾਹੁੰਦਾ ਹਾਂ। ਹਰ ਤਰ੍ਹਾਂ ਦਾ ਬੰਦਾ ਹੁੰਦਾ ਆ, ਕਈ ਇਸ ਤਰ੍ਹਾਂ ਦੇ ਬੰਦੇ ਵੀ ਹੁੰਦੇ ਆ ਜਿਹੜੇ ਕਿ ਬਹੁਤ ਹੀ ਜ਼ਿਆਦਾ ਪ੍ਰੀਕਾਸ਼ਨਸ ਕਰਨੀਆਂ ਸ਼ੁਰੂ ਕਰ ਦਿੰਦੇ ਆ। ਕਈ ਇਦਾਂ ਦੇ ਹੁੰਦੇ ਆ ਕਿ ਸਾਰਾ ਕੁਝ ਸੁਣ ਕੇ ਪ੍ਰੀਕਾਸ਼ਨਸ ਕਰਦੇ ਹੀ ਨਹੀਂ ਆ। ਸੋ ਦੋਨੇ ਪਹਿਲੂ ਹੈਗੇ ਆ। ਮੈਂ ਉਹ ਵਾਲਾ ਪਹਿਲੂ ਵੀ ਤੁਹਾਨੂੰ ਅੱਜ ਸ਼ੇਅਰ ਕਰਨਾ ਚਾਹੁੰਦਾ ਜਿਹਦੇ ਵਿੱਚ ਬਹੁਤ ਜ਼ਿਆਦਾ ਪਰਹੇਜ਼ ਕਰਨੇ ਸ਼ੁਰੂ ਕਰ ਦਿੰਦੇ ਆ। ਕਈ ਸਾਡੇ ਕੋਲ ਪੇਸ਼ੈਂਟ ਇਦਾਂ ਦੇ ਆਉਂਦੇ ਆ, ਉਹ ਕਹਿੰਦੇ ਵੀ ਸਾਨੂੰ ਤਾਂ ਹੁਣ ਗੁਰਦੇ ਖਰਾਬ ਹੋ ਗਏ ਆ, ਸਾਨੂੰ ਉਬਲੀਆਂ ਸਬਜ਼ੀਆਂ ਦੱਸਿਆ ਖਾਣ ਵਾਸਤੇ ਤੇ ਸਾਨੂੰ ਘੀਆ ਤੋਰੀ ਦੱਸਿਆ ਜੀ ਇਹੀ ਖਾਓ। ਇਸ ਤਰ੍ਹਾਂ ਨਹੀਂ ਹੁੰਦਾ। ਜੇ ਆਪਾਂ ਸਿਰਫ ਇਸੇ ਚੀਜ਼ ਦੇ ਉੱਤੇ ਰਵਾਂਗੇ ਤੇ ਸਾਡਾ ਪ੍ਰੋਟੀਨ ਘਟ ਜਾਏਗਾ ਬਾਡੀ ਵਿੱਚੋਂ, ਉਹਦੇ ਨਾਲ ਸਾਡਾ ਸਰੀਰ ਕਮਜ਼ੋਰ ਹੋ ਜਾਏਗਾ, ਸਾਡਾ weight loss ਹੋ ਜਾਏਗਾ, ਸਰੀਰ ਦੇ ਮਸਲਸ ਵਿੱਚ ਤਾਕਤ ਨਹੀਂ ਰਹੇਗੀ। ਅਸੀਂ ਖਾਣਾ ਸਭ ਕੁਝ ਹੈਗਾ, ਲੇਕਿਨ ਸਿਰਫ ਜਿੱਦਾਂ ਆਪਾਂ ਸਬਜ਼ੀਆਂ ਦੇ ਵਿੱਚ ਕੁਛ ਇੱਕ ਸਬਜ਼ੀਆਂ ਅਸੀਂ ਮਨਾ ਕੀਤੀਆਂ ਹੋਈਆਂ, ਗੁਰਦਿਆਂ ਦੇ ਬਿਮਾਰੀ ਵਿੱਚ ਹਰੇ ਪੱਤੇ ਮਨਾ ਕੀਤੇ ਹੋਏ ਆ ਜਾਂ ਦਾਲਾਂ ਸਾਬੁਤ ਮਨਾ ਕੀਤੀਆਂ ਹੋਈਆਂ, ਬਾਕੀ ਸਾਰੀਆਂ ਸਬਜ਼ੀਆਂ ਅਲਾਓ ਆ। ਔਰ ਉਸ ਨੂੰ ਘਰ ਦੇ ਵਿੱਚ ਜਿਸ ਤਰ੍ਹਾਂ ਆਪਾਂ ਤੜਕਾ ਲਗਾ ਕੇ ਖਾਂਦੇ ਆ ਉਸ ਤਰ੍ਹਾਂ ਖਾ ਸਕਦੇ ਹੋ ਕਿਡਨੀ ਦੀ ਬਿਮਾਰੀ ਦੇ ਵਿੱਚ। ਇਹ ਨਹੀਂ ਕਿ ਆਪਾਂ ਉਬਲੀਆਂ ਖਾ ਕੇ ਆਪਣੇ ਸਰੀਰ ਨੂੰ ਹੀ ਤੰਗ ਕਰਨਾ ਆ। ਸੋ ਸਰੀਰ ਨੂੰ ਤੰਗ ਕਰਕੇ ਅਸੀਂ ਬਿਮਾਰੀ ਨੂੰ ਠੀਕ ਨਹੀਂ ਕਰਨਾ। ਅਸੀਂ ਉੱਦਾਂ ਪ੍ਰੋਪਰ ਜੋ ਜ਼ਰੂਰਤ ਹੈਗੀ ਹੈ ਖਾਣ ਪੀਣ ਦੀ, ਉਹ ਚੀਜ਼ਾਂ ਅਲਾਓ ਕਰਦੀਆਂ। ਜਿਹੜੀਆਂ ਚੀਜ਼ਾਂ ਰਿਸਟ੍ਰਿਕਟਡ ਹੈਗੀਆਂ ਉਹ ਅਸੀਂ ਤੁਹਾਨੂੰ ਦੱਸਦੇ ਹਾਂ ਵੀ ਹਾਂ ਵੀ ਆਹ ਚੀਜ਼ ਇਸ ਕਰਕੇ ਰਿਸਟ੍ਰਿਕਟਡ ਹੈਗੀ, ਤਾਂ ਥੋੜਾ ਤੁਸੀਂ ਬਚਾ ਰੱਖਣਾ ਹੈ। ਬਿਲਕੁਲ ਹਾਂ, ਇਹ ਜ਼ਰੂਰੀ ਹੈ। ਇਹ ਨਹੀਂ ਹੈਗਾ ਵੀ ਤੁਸੀਂ ਸਾਰਾ ਕੁਝ ਛੱਡਣਾ ਹੈਗਾ। ਕੋਈ ਵੀ ਡਿਟੇਲ ਤੁਸੀਂ ਚਾਹੁੰਦੇ ਹੋ, ਇਹਨਾਂ ਨੰਬਰਸ ਤੇ ਕਾਲ ਕਰਕੇ ਤੁਸੀਂ ਜੁੜ ਸਕਦੇ ਹੋ ਸਾਡੇ ਨਾਲ। 5 ਸਟੇਜਸ ਜਿਹੜੀਆਂ ਨੇ ਇਹਨਾਂ ਦਾ ਟ੍ਰੀਟਮੈਂਟ ਕੀਤਾ ਜਾਂਦਾ ਹੈ। ਆਪਰੇਸ਼ਨ ਸੋਲੂਸ਼ਨ ਹੈਗਾ ਕਿਡਨੀ ਦਾ, ਜੇ ਕੋਈ ਫੇਲਿਅਰ ਹੈਗਾ, ਜਾਂ ਫਿਰ ਆਪਰੇਸ਼ਨ ਤੋਂ ਇਲਾਵਾ ਵੀ ਟ੍ਰੀਟਮੈਂਟ ਹੋ ਜਾਏਗਾ? ਦੇਖੋ ਇਸ ਤਰ੍ਹਾਂ ਜਦੋਂ ਕਿਡਨੀ ਫੇਲਿਅਰ ਹੋ ਜਾਂਦਾ ਆ, ਉਹਦੇ ਵਾਸਤੇ ਮਾਡਰਨ ਸਾਇੰਸ ਦੇ ਵਿੱਚ 2 ਤਰ੍ਹਾਂ ਦੇ ਟ੍ਰੀਟਮੈਂਟ ਹੈਗੇ ਆ। ਜਾਂ ਤਾਂ ਉਹਦਾ ਟ੍ਰਾਂਸਪਲਾਂਟ ਕੀਤਾ ਜਾਵੇ, ਗੁਰਦਾ ਨਵਾਂ ਪਾਇਆ ਜਾਵੇ, ਜਾਂ ਉਸ ਨੂੰ ਡਾਇਲਿਸਿਸ ਉੱਤੇ ਰੱਖਿਆ ਜਾਵੇ। ਅਸੀਂ ਦਵਾਈਆਂ ਦੇ ਨਾਲ ਪੇਸ਼ੈਂਟਸ ਦੇ ਡਾਇਲਿਸਿਸ ਬੰਦ ਕਰਵਾਉਂਦੇ ਹਾਂ। ਜਿਨ੍ਹਾਂ ਨੂੰ ਤਕਲੀਫ ਕਿਡਨੀ ਫੇਲਿਅਰ ਆ, ਉਹਨਾਂ ਨੂੰ ਫਿਰ ਡਾਇਲਿਸਿਸ ਤੇ ਜਾਣ ਦੀ ਜ਼ਰੂਰਤ ਨਹੀਂ ਪੈਂਦੀ। ਵਿਦ ਦਾ ਹੈਲਪ ਆਫ ਮੈਡੀਸਨ ਹੀ ਅਸੀਂ ਇਸ ਚੀਜ਼ ਦਾ ਟ੍ਰੀਟਮੈਂਟ ਕਰਦੇ ਹੈਗੇ ਆ। ਓਕੇ, ਸੋ ਡਾਇਲਿਸਿਸ ਬਹੁਤ ਮਹਿੰਗੀ ਹੁੰਦੀ ਹੈ ਨਾ, ਲੋਕਾਂ ਨੂੰ ਕਰਵਾਉਣੀ ਪੈਂਦੀ ਹੈ, ਤਾਂ ਕਿ ਮੈਡੀਸਨ ਅਸੀਂ ਜਿਹੜੀ ਆਮ ਤੌਰ ਦੇ ਉੱਤੇ ਲਵਾਂਗੇ, ਤੁਹਾਡੇ ਕੋਲੋਂ ਪੇਸ਼ੈਂਟ ਲੈਂਦੇ ਨੇ, ਤਾਂ ਉਹ ਓਨਾ ਹੀ ਬਜਟ ਪੈ ਜਾਂਦਾ ਹੈ, ਉਹਦੇ ਨਾਲੋਂ ਕਾਫੀ ਬਜਟ ਦਾ ਫਰਕ ਪੈ ਜਾਂਦਾ ਹੈ? ਬਿਲਕੁਲ। ਦੇਖੋ ਇਸ ਤਰ੍ਹਾਂ ਆ, ਜਿਹੜੇ ਡਾਇਲਿਸਿਸ ਹੈਗੇ ਆ ਉਹ ਤਾਂ ਕਾਫੀ ਸਾਨੂੰ ਕੋਸਟਲੀ ਪੈ ਜਾਂਦੇ ਆ। ਔਰ ਮਤਲਬ ਆਪਾਂ ਇੱਕ ਗੱਲ ਕਰ ਲਈਏ ਕਿ 1000 ਤੋਂ 2000 ਰੁਪਏ ਘੱਟੋ ਘੱਟ ਡਾਇਲਿਸਿਸ ਦਾ, ਇੱਕ ਡਾਇਲਿਸਿਸ ਦਾ ਖਰਚਾ ਆ। ਔਰ ਹਫਤੇ 'ਚ 2 ਤੋਂ 3 ਵਾਰ ਡਾਇਲਿਸਿਸ ਕਰਵਾਉਣਾ ਪੈਂਦਾ ਆ। ਸੋ ਜੇ ਆਪਾਂ ਓਵਰਆਲ ਡਾਇਲਿਸਿਸ ਦੀ ਮਹੀਨੇ ਦੀ ਕਾਸਟ ਕਰੀਏ ਤੇ ਮੈਡੀਸਨ ਦੀ ਕਾਸਟ ਬਹੁਤ ਘੱਟ ਹੁੰਦੀ ਹੈਗੀ। ਓਕੇ, ਮਤਲਬ ਡਾਇਲਿਸਿਸ ਹਫਤੇ 'ਚ 3 ਵਾਰੀ ਹੋਇਆ ਤਾਂ ਜੇ ਆਪਾਂ 3000 ਰੁਪਏ ਵੀ ਲਾਈਏ ਤਾਂ ਉਸ ਹਿਸਾਬ ਨਾਲ ਤਾਂ 12-15000 ਰੁਪਇਆ ਹੋ ਗਿਆ। ਔਰ ਮੈਡੀਸਿਨ ਇਹਦੇ ਅੱਧ ਤੋਂ ਵੀ ਘੱਟ ਦੇ ਵਿੱਚ ਪੈ ਜਾਂਦੀ ਹੈ ਨਾ। ਬਾਕੀ ਇਟਸ ਅਪ ਟੂ ਯੂ, ਇਟਸ ਅਪ ਟੂ ਯੋਰ ਬਾਡੀ ਕੰਡੀਸ਼ਨ, ਵੀ ਤੁਹਾਡੇ ਸਰੀਰ ਦੀ ਕੀ ਹਾਲਤ ਹੈਗੀ ਹੈ, ਕਿੰਨੀਆਂ ਕੁ ਜਿਹੜੀਆਂ ਦਵਾਈਆਂ ਦਾ ਇਨਟੇਕ ਤੁਹਾਡੀ ਬਾਡੀ ਦੇ ਲਈ ਵੈਲਿਊਏਬਲ ਰਹੇਗਾ। ਸੋ ਇਹ ਸਾਰੀਆਂ ਗੱਲਾਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕੀਤੀਆਂ ਜਾਣਗੀਆਂ। ਨੰਬਰ ਸਾਂਝੇ ਕਰ ਰਹੇ ਹਾਂ, ਤੁਸੀਂ ਆਪਣੇ ਸਵਾਲ ਸਾਡੇ ਨਾਲ ਡਿਸਕਸ ਕਰ ਸਕਦੇ ਹੈਗੇ ਹੋ। ਲੋਕਾਂ ਨੂੰ ਗੁਰਦੇ ਦੇ ਵਿੱਚ ਪੱਥਰੀ ਦੀ ਸਮੱਸਿਆ ਹੈਗੀ ਹੈ,
ਉਹਦਾ ਕੀ ਟ੍ਰੀਟਮੈਂਟ ਹੈਗਾ? ਔਰ ਰਸੋਲੀ ਵੀ ਗੁਰਦਿਆਂ ਦੇ ਵਿੱਚ ਹੋ ਜਾਂਦੀ ਹੁੰਦੀ ਹੈ ਕਦੇ, ਉਹਦਾ ਵੀ ਟ੍ਰੀਟਮੈਂਟ ਹੈਗਾ? ਦੇਖੋ ਇਸ ਤਰ੍ਹਾਂ ਹੈ, ਜਿਹੜੀ ਰਸੌਲੀ ਹੈਗੀ ਆ ਉਹ ਤਾਂ ਕਿਸ ਏਰੀਏ 'ਚ ਆ ਔਰ ਕਿਸ ਤਰੀਕੇ ਦੀ ਰਸੌਲੀ ਆ ਉਹਦੇ ਅਕੋਰਡਿੰਗਲੀ ਟ੍ਰੀਟਮੈਂਟ ਹੁੰਦਾ। ਰਸੌਲੀ ਦੇ ਵਿੱਚ ਕਈ ਵਾਰੀ ਸਰਜੀਕਲ ਇੰਟਰਵੈਂਸ਼ਨ ਦੀ ਲੋੜ ਪੈਂਦੀ ਆ, ਲੇਕਿਨ ਜਿਹੜੀ ਪੱਥਰੀ ਹੈਗੀ ਆ ਉਹਦਾ ਬੜਾ ਇੱਕ ਕਾਮਨ ਜੀ ਚੀਜ਼ ਹੈਗੀ ਆ, ਔਰ ਉਹਦੇ ਵਾਸਤੇ ਮੈਂ ਤੁਹਾਨੂੰ ਇੱਕ ਬੜਾ ਵਧੀਆ ਚੀਜ਼ ਦੱਸਣੀ ਚਾਹੁੰਦਾ ਆ। ਆਮ ਤੌਰ ਤੇ ਕੀ ਹੁੰਦਾ ਕਿ ਕਈ ਵਾਰ ਕੀ ਹੁੰਦਾ ਸਾਡੇ ਦਿਮਾਗ ਦੇ ਵਿੱਚ ਆਉਂਦਾ ਵੀ ਅਸੀਂ ਪੱਥਰੀ ਟੈਸਟ ਕਰਾਉਂਦੇ ਆ ਤੇ ਪੱਥਰੀ ਟੈਸਟ ਤੋਂ ਪਤਾ ਲੱਗਦਾ ਵੀ ਇਹਦੇ 'ਚ ਕੈਲਸ਼ੀਅਮ ਆਕਜ਼ੇਲੇਟਸ ਹੈਗੇ ਆ, ਤੇ ਇਸ ਚੱਕਰ ਵਾਸਤੇ ਪੇਸ਼ੈਂਟ ਕੈਲਸ਼ੀਅਮ ਘੱਟ ਖਾਂਦਾ, ਜਦ ਕਿ ਗੱਲ ਉਲਟੀ ਹੈਗੀ ਆ। ਜਿਹੜੇ ਮਰੀਜ਼ਾਂ ਦੇ ਸਰੀਰ ਦੇ ਵਿੱਚ ਕੈਲਸ਼ੀਅਮ ਘੱਟ ਹੁੰਦਾ ਉਹਨਾਂ 'ਚ ਜ਼ਿਆਦਾ ਪੱਥਰੀ ਬਣਦੀ ਆ। ਜੇ ਅਸੀਂ ਪ੍ਰੋਪਰ ਸਾਡੇ ਬਾਡੀ ਵਿੱਚ ਕੈਲਸ਼ੀਅਮ ਹੈਗਾ ਤੇ ਸਾਡੇ ਸਰੀਰ 'ਚ ਪੱਥਰੀ ਬਣਨ ਦੇ ਚਾਂਸਸ ਘੱਟ ਹੋਣਗੇ। ਸੋ ਕੈਲਸ਼ੀਅਮ ਨੂੰ ਮਨਾ ਨਹੀਂ ਹੈਗਾ ਖਾਣਾ। ਸੋ ਇਹ ਆ ਕਿ ਜਿਹੜੇ ਆਕਜ਼ੇਲੇਟਸ ਵਾਲੀਆਂ ਚੀਜ਼ਾਂ ਉਹ ਮਨਾ ਹੈਗੀਆਂ। ਆਕਜ਼ੇਲੇਟਸ ਵਾਲੀਆਂ ਚੀਜ਼ਾਂ ਜਿਸ ਤਰ੍ਹਾਂ ਪਾਲਕ ਹੋਈ ਜਾਂ ਹੋਰ ਇਸ ਤਰ੍ਹਾਂ ਦੀਆਂ ਕਈ ਸਾਰੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਮਨਾ ਹੈਗੀਆਂ। ਪਰ ਇਸ ਤੋਂ ਵੀ ਜ਼ਰੂਰੀ ਜਿਹੜੀ ਗੱਲ ਹੈਗੀ ਆ ਉਹ ਇਹ ਆ ਕਿ ਸਾਨੂੰ ਪਿਸ਼ਾਬ ਕਿੰਨਾ ਆ ਰਿਹਾ। ਸੋ ਜੇ ਸਾਨੂੰ 24 ਘੰਟੇ ਦੇ ਵਿੱਚ 2.5 ਲੀਟਰ ਤੋਂ ਜ਼ਿਆਦਾ ਪਿਸ਼ਾਬ ਆ ਰਿਹਾ ਆ ਤੇ ਸਾਡੇ ਜਿਹੜੀ ਪੱਥਰੀ ਦੁਬਾਰਾ ਨਹੀਂ ਬਣੇਗੀ। ਅਸੀਂ ਮੰਨ ਲਓ ਇੱਕ ਵਾਰ ਪੱਥਰੀ ਬਣੀ ਹੋਈ ਆ, ਅਸੀਂ ਦਵਾਈਆਂ ਨਾਲ ਕੱਢ ਦਿੱਤੀ ਆ, ਪੱਥਰੀ ਦੀ ਟੈਂਡੈਂਸੀ ਰਹਿੰਦੀ ਉਹ ਬਾਰ-ਬਾਰ ਬਣਦੀ ਰਹਿੰਦੀ ਆ। ਲੇਕਿਨ ਜੇ ਸਾਨੂੰ 24 ਘੰਟੇ ਦੇ ਵਿੱਚ 2.5 ਲੀਟਰ ਪਿਸ਼ਾਬ ਆ ਰਿਹਾ ਆ ਤੇ ਫਿਰ ਸਾਨੂੰ ਦੁਬਾਰਾ ਪੱਥਰੀ ਨਹੀਂ ਬਣੇਗੀ। ਠੀਕ ਹੈ। ਸੋ ਇਸ ਤਰੀਕੇ ਦੇ ਨਾਲ ਆਪਾਂ ਪਿਸ਼ਾਬ ਦੇ ਕਲਰ ਨੂੰ ਲੈ ਕੇ ਵੀ ਲੋਕੀ ਆਪਣੇ ਆਪ ਹੀ ਜਜਮੈਂਟਲ ਹੋ ਜਾਂਦੇ ਨੇ, ਘਰੇ ਹੀ ਆਪਦਾ ਹਨਾ ਵੀ ਕਹਿ ਦਿੰਦੇ ਨੇ ਵੀ ਖੂਨ ਪਾਣੀ ਘੱਟ ਹੈ ਜਾਂ ਇਹ ਚੀਜ਼ ਹੋ ਸਕਦੀ ਹੈ YouTube ਦੇ ਉੱਪਰ ਦੇਖ ਕੇ। ਬਿਲਕੁਲ ਉਹਦੀਆਂ ਸਟੇਜਸ ਕਿਵੇਂ? ਦੇਖੋ ਇਸ ਤਰ੍ਹਾਂ ਆ, ਨਾਰਮਲ ਤਾਂ ਕੀ ਹੁੰਦਾ ਕਿ ਜੇ ਸਾਨੂੰ ਯੈਲੋਇਸ਼ ਯੂਰਿਨ ਆ ਰਿਹਾ ਦੈਟ ਮੀਨਸ ਥੋੜਾ ਸੀ ਪਾਣੀ ਘੱਟ ਪੀ ਰਹੇ ਆ। ਜਿਹੜਾ ਪਿਸ਼ਾਬ ਦਾ ਰੰਗ ਉਹ ਵਾਈਟਿਸ਼ ਹੋਣਾ ਚਾਹੀਦਾ, ਬਿਲਕੁਲ ਪਾਣੀ ਵਰਗਾ ਹੋਣਾ ਚਾਹੀਦਾ ਆ। ਦੂਜੀ ਗੱਲ ਇਹ ਆ ਕਿ ਕਈ ਵਾਰ ਕੀ ਹੁੰਦਾ ਅਸੀਂ ਵਿਟਾਮਿਨਸ ਦੀਆਂ ਗੋਲੀਆਂ ਖਾਧੀਆਂ ਹੁੰਦੀਆਂ, ਉਹਦੇ ਕਰਕੇ ਵੀ ਪਿਸ਼ਾਬ ਦਾ ਰੰਗ ਬਦਲਿਆ ਹੋਇਆ ਹੁੰਦਾ ਆ। ਮੈਂ ਜਿਹੜੀ ਇਹ ਵਾਈਟ ਕਲਰ ਵਾਲਾ ਜਾਂ ਪਾਣੀ ਵਰਗੇ ਦੇ ਪਿਸ਼ਾਬ ਦੀ ਗੱਲ ਕੀਤਾ, ਇਹ ਬਿਨਾਂ ਦਵਾਈ ਤੋਂ ਗੱਲ ਕਰ ਰਿਹਾ ਆ। ਸੋ ਬਿਨਾਂ ਦਵਾਈ ਤੋਂ ਸਾਡਾ ਜਿਹੜਾ ਪਿਸ਼ਾਬ ਦਾ ਰੰਗ ਪਾਣੀ ਵਰਗਾ ਹੋਣਾ ਚਾਹੀਦਾ ਆ। ਜੇ ਉਹ ਯੈਲੋਸ਼ ਆ ਰਿਹਾ ਆ ਦੈਟ ਮੀਨਸ ਕਿ ਅਸੀਂ ਪਾਣੀ ਘੱਟ ਪੀ ਰਹੇ ਹਾਂ। ਠੀਕ ਹੈ। ਇੱਦਾਂ ਦੀਆਂ ਬਹੁਤ ਸਾਰੀਆਂ ਮੈਡੀਸਿਨਸ ਆ ਜਾਂਦੀਆਂ ਹੈਗੀਆਂ, ਗੋਖਰੂ ਹੋ ਗਿਆ, ਪੁਨਰਨਵਾ ਹੋ ਗਿਆ, ਇੱਦਾਂ ਦੀਆਂ ਜਿਹੜੀਆਂ ਦਵਾਈਆਂ ਇਹ ਸਾਡੇ ਕਿਡਨੀ ਫੰਕਸ਼ਨ ਵਾਸਤੇ ਬਹੁਤ ਵਧੀਆ ਰਹਿੰਦੀਆਂ ਹੈਗੀਆਂ। ਠੀਕ ਹੈ। ਤੇ ਇਹਨਾਂ ਦਾ ਪੱਕਾ ਇਲਾਜ ਵੀ ਹੈਗਾ, ਸਿਰਫ ਜ਼ਿੰਦਾ ਰੱਖਣਾ ਟਾਰਗੇਟ ਨਹੀਂ ਹੈ, ਉਹਨੂੰ ਠੀਕ ਕਰਨਾ ਟਾਰਗੇਟ ਹੈ। ਟੋਟਲ ਰਿਕਵਰੀ ਦੀ ਲੈ ਕੇ ਜਿਹੜਾ ਵੀ ਡਾਕਟਰ ਹੈਗਾ ਆਯੁਰਵੈਦਿਕ ਡਾਕਟਰ ਉਹ ਇਸ ਚੀਜ਼ ਨੂੰ ਫੋਕਸ ਰੱਖ ਕੇ ਚੱਲਦਾ ਆ ਕਿ ਪੇਸ਼ੈਂਟ ਦੀ ਟੋਟਲ ਰਿਕਵਰੀ ਹੋਵੇ। ਸਰੀਰਕ ਔਰ ਮਾਨਸਿਕ ਰੂਪ ਦੇ ਵਿੱਚ ਜਿਹੜਾ ਸਵਸਥ ਵਿਅਕਤੀ ਆ ਇਹ ਉਹਨੂੰ ਸਵਸਥ ਕਰਨਾ ਹੀ ਆਯੁਰਵੇਦ ਦਾ ਟਾਰਗੇਟ ਹੈਗਾ। ਠੀਕ ਹੈ। ਸੋ ਕੋਈ ਸਾਈਡ ਇਫੈਕਟ ਆਯੁਰਵੇਦ ਮੈਡੀਸਿਨ ਦਾ? ਕਿਉਂਕਿ ਬਹੁਤ ਸਾਰੇ ਲੋਕ ਐਸੇ ਨੇ ਜੋ ਸ਼ਾਰਟਕਟ ਵੱਲ ਭੱਜਦੇ ਨੇ, ਤਾਂ ਜਿਹੜਾ ਆ ਦੂਜੀਆਂ ਮੈਡੀਸਿਨ ਵੱਲ ਥੋੜਾ ਜਿਹਾ ਫੋਕਸ ਹੋ ਜਾਂਦਾ ਉਹਨਾਂ ਦਾ, ਤਾਂ ਕਿ ਉਹਨਾਂ ਦੇ ਕੋਈ ਨੈਗੇਟਿਵ ਇੰਪੈਕਟ ਪੈਂਦੇ ਨੇ ਜਾਂ ਕਵਰ ਅਪ ਕਰਨ 'ਚ ਕੁਝ ਜ਼ਿਆਦਾ ਟਾਈਮ ਲੱਗਦਾ ਹੈ ਜਿਨ੍ਹਾਂ ਨੇ ਮਾਡਰਨ ਮੈਡੀਸਿਨ ਲੈ ਰਹੇ ਹੋਣ ਉਹਨਾਂ ਨੂੰ? ਦੇਖੋ ਅੱਜ ਦੀ ਡੇਟ ਵਿੱਚ ਤੁਸੀਂ ਕਿਸੇ ਵੀ ਫੀਲਡ ਵਿੱਚ ਚਲ ਜਾਓ, ਹਰ ਇੱਕ ਸ਼ਾਰਟਕਟ ਦੇ ਉੱਤੇ ਹੋਣਾ ਚਾਹੁੰਦਾ ਆ। ਚਾਹੇ ਉਹ ਪੈਸਾ ਕਮਾਉਣ ਦਾ ਜ਼ਰੀਆ ਹੋਵੇ, ਚਾਹੇ ਉਹ ਆਪਾਂ ਗੱਲ ਕਰੀਏ ਕਿ ਕਿਸੇ ਪਰਮਾਤਮਾ ਨੂੰ ਪਾਉਣ ਦਾ ਜ਼ਰੀਆ ਹੈਗਾ ਆ, ਚਾਹੇ ਉਹ ਬਿਮਾਰੀ ਠੀਕ ਕਰਨ ਦਾ ਜ਼ਰੀਆ ਹੈਗਾ ਆ, ਹਰ ਇੱਕ ਸ਼ਾਰਟਕਟ ਦੇ ਉੱਤੇ ਫੋਕਸ ਕਰਨਾ ਚਾਹੁੰਦਾ ਆ। ਸੋ ਜਿਹੜਾ ਸ਼ਾਰਟਕਟ ਹੈਗਾ ਤਰੀਕਾ ਉਹ ਇੱਕ ਸਹੀ ਤਰੀਕਾ ਨਹੀਂ ਹੈਗਾ। ਪ੍ਰੋਪਰ ਜੇ ਵੇ ਦੇ ਨਾਲ ਅਸੀਂ ਚੱਲਿਆ ਜਾਵੇ ਕਿਸੇ ਵੀ ਬਿਮਾਰੀ ਦਾ ਸਹੀ ਤਰੀਕੇ ਨਾਲ ਇਲਾਜ ਕਰ ਸਕਦੇ ਹਾਂ। ਹਾਂ, ਬਿਮਾਰੀ ਤੋਂ ਪੂਰੀ ਤਰ੍ਹਾਂ ਨਿਜਾਤ ਵੀ ਪਾਇਆ ਜਾ ਸਕਦਾ ਆ ਜੇ ਅਸੀਂ ਸ਼ੁਰੂਆਤੀ ਦੌਰ ਦੇ ਆ ਜਾਈਏ, ਸ਼ੁਰੂਆਤੀ ਤੌਰ ਦੇ ਉੱਤੇ ਟ੍ਰੀਟਮੈਂਟ ਸ਼ੁਰੂ ਕਰੀਏ ਤੇ ਅਸੀਂ ਟੋਟਲ ਸਵਸਥ ਹੋ ਸਕਦੇ ਹਾਂ, ਬਿਲਕੁਲ ਬਿਮਾਰੀ ਤੋਂ ਨਿਜਾਤ ਪਾ ਸਕਦੇ ਹਾਂ। ਠੀਕ ਹੈ। ਸੋ ਅਸੀਂ ਆਯੁਰਵੇਦ ਦੇ ਤਹਿਤ ਆਪਣੀ ਕਿਸੇ ਵੀ ਬਿਮਾਰੀ ਦਾ ਹੱਲ ਈਜ਼ੀਲੀ ਕਰ ਸਕਦੇ ਹੈਗੇ ਆ ਔਰ ਜ਼ਿਆਦਾ ਤੁਹਾਨੂੰ ਔਖੇ ਹੋਣ ਦੀ ਜ਼ਰੂਰਤ ਵੀ ਨਹੀਂ ਹੈ। ਜਿਹੜੇ ਲੋਕ ਥੋੜਾ ਦੂਰੋਂ ਹੈਗੇ ਨੇ, ਸਾਨੂੰ ਦੇਖ ਰਹੇ ਹੋਣਗੇ ਵੱਖ-ਵੱਖ ਪਲੇਟਫਾਰਮ ਦੇ ਰਾਹੀਂ, ਸੋਸ਼ਲ ਮੀਡੀਆ ਦੇ ਰਾਹੀਂ, ਤਾਂ ਕਿ ਉਹਨਾਂ ਦੀ ਰਿਪੋਰਟਾਂ ਦੇਖ ਕੇ ਉਹਨਾਂ ਨੂੰ WhatsApp ਦੇ ਰਾਹੀਂ ਤੁਸੀਂ ਉਹਨਾਂ ਨੂੰ ਮੈਡੀਸਿਨ ਵਗੈਰਾ ਭੇਜ ਸਕਦੇ ਹੈਗੇ ਹੋ? ਹਾਂ ਬਿਲਕੁਲ ਜੀ, ਅਸੀਂ ਤਕਰੀਬਨ ਬਾਹਰਲੇ ਮੁਲਕਾਂ ਦੇ ਵਿੱਚ ਵੀ ਦਵਾਈ ਭੇਜਦੇ ਹਾਂ ਬਾਈ ਕੂਰੀਅਰ, ਔਰ ਇੱਥੇ ਆਲ ਓਵਰ ਇੰਡੀਆ ਦੇ ਵਿੱਚ ਵੀ ਅਸੀਂ ਦਵਾਈ ਭੇਜਦੇ ਹੈਗੇ ਹਾਂ। ਪਰ ਕਿਸੇ ਵੀ ਪੇਸ਼ੈਂਟ ਨੂੰ ਅਸੈਸ ਕਰਨ ਵਾਸਤੇ ਉਹਦੀਆਂ ਰਿਪੋਰਟਸ ਦੇਖਣਾ ਜ਼ਰੂਰੀ ਆ। ਤੁਸੀਂ ਰਿਪੋਰਟਾਂ ਸਾਡੇ ਨਾਲ ਸ਼ੇਅਰ ਕਰੋ, ਅਸੀਂ ਤੁਹਾਨੂੰ ਨੰਬਰ ਦੱਸ ਰਹੇ ਹਾਂ, WhatsApp ਨੰਬਰ ਵੀ ਔਰ ਦੂਸਰਾ ਕਾਲਿੰਗ ਨੰਬਰ ਵੀ, ਸਾਨੂੰ ਅਵੇਲੇਬਲ ਨੇ। ਹਾਂ, ਸਾਨੂੰ ਸ਼ੇਅਰ ਕਰੋ, ਅਸੀਂ ਤੁਹਾਨੂੰ ਫਿਰ ਉਹਦਾ ਦੱਸਾਂਗੇ, ਸੋਲੂਸ਼ਨ ਦੱਸਿਆ ਜਾਏਗਾ। ਬਿਲਕੁਲ। ਸੋ ਨੰਬਰ ਤੁਹਾਡੇ ਨਾਲ ਅਸੀਂ ਲਗਾਤਾਰ ਸਾਂਝੇ ਕਰਦੇ ਪਏ ਹਾਂ। ਕੁਝ ਇੱਕ ਮਿੰਟਾਂ ਤੱਕ ਤੁਹਾਡੇ ਤੋਂ ਅਸੀਂ ਇਜਾਜ਼ਤ ਲਵਾਂਗੇ। ਸੁਨੇਹਾ ਕੀ ਸਾਂਝਾ ਕਰੋਗੇ ਸਾਡੇ ਦਰਸ਼ਕਾਂ ਦੇ ਨਾਲ? ਹੈਲਦੀ ਲਾਈਫ ਹੋਣੀ ਜ਼ਰੂਰੀ ਆ। ਆਪਣਾ ਖਾਣ ਪੀਣ ਠੀਕ ਰੱਖੋ ਔਰ
ਦਿਨ ਦੇ ਵਿੱਚ 1 ਘੰਟਾ ਜ਼ਰੂਰ ਕੱਢੋ ਆਪਣੇ ਸਰੀਰ ਵਾਸਤੇ। ਠੀਕ ਹੈ ਜੀ। ਸੋ ਜਾਣਕਾਰੀ ਸਾਂਝੀ ਕਰਨ ਲਈ ਸਮਾਂ ਦੇਣ ਲਈ ਜੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਔਰ ਸਾਡੇ ਜਿਹੜੇ ਦਰਸ਼ਕ ਸਾਡੇ ਨਾਲ ਜੁੜੇ ਹੋਏ ਨੇ ਜੀ, ਇਹ ਨੰਬਰ ਹੈਲਪਲਾਈਨ ਨੰਬਰ ਨੇ, ਤੁਸੀਂ ਇਹਨਾਂ ਦੇ ਉੱਪਰ ਕਾਲਸ ਕਰ ਸਕਦੇ ਹੋ। ਤੁਹਾਡੇ ਖਾਣ ਪੀਣ ਦੇ ਵਿੱਚ ਤੁਹਾਨੂੰ ਕਿਹੜੀਆਂ ਚੀਜ਼ਾਂ ਐਡ ਆਨ ਕਰਨੀਆਂ ਚਾਹੀਦੀਆਂ ਨੇ, ਤੁਹਾਨੂੰ ਡਾਕਟਰ ਸਾਹਿਬ ਵੱਲੋਂ, ਇਹਨਾਂ ਦੀ ਟੀਮ ਵੱਲੋਂ ਜਾਣਕਾਰੀ ਦਿੱਤੀ ਜਾਏਗੀ। ਇਸ ਤੋਂ ਇਲਾਵਾ ਜੇਕਰ ਤੁਸੀਂ ਬੀਪੀ, ਹੀਮੋਗਲੋਬਿਨ ਕਮੀ ਹੈਗੀ, ਆਇਓਡੀਨ ਦੀ ਕਮੀ ਹੈਗੀ, ਜਾਂ ਫਿਰ ਕਿਡਨੀ ਦੀ ਪ੍ਰੋਬਲਮ ਦੇ ਨਾਲ ਜੂਝ ਰਹੇ ਹੋ, ਪਹਿਲੀ ਸਟੇਜ ਤੋਂ ਲੈ ਕੇ 5ਵੀਂ ਸਟੇਜ ਤੱਕ ਤੁਸੀਂ ਹੈਗੇ ਹੋ, ਡਾਇਲਿਸਿਸ ਕਰਾ ਰਹੇ ਹੋ, ਤਾਂ ਕਿੱਦਾਂ ਤੁਹਾਡਾ ਈਜ਼ੀਲੀ ਟ੍ਰੀਟਮੈਂਟ ਹੋ ਸਕਦਾ ਹੈ, ਤੁਸੀਂ ਭਰੋਸਾ ਕਰ ਸਕਦੇ ਹੋ ਕੁੰਦਨ ਕਿਡਨੀ ਕੇਅਰ ਸੈਂਟਰ ਦੇ ਉੱਪਰ। ਸੋ ਨੰਬਰਸ ਦੇ ਉੱਪਰ ਕਾਲ ਕਰਕੇ ਜੁੜ ਸਕਦੇ ਹੋ ਸਾਡੇ ਨਾਲ। ਫਿਰ ਤੋਂ ਹਾਜ਼ਰ ਹੋਣੇ ਆ, ਰੱਖੋ ਧਿਆਨ, ਧੰਨਵਾਦ, ਸਤਿ ਸ਼੍ਰੀ ਅਕਾਲ।